ਅਸੀਂ ਆਪਣੇ ਜੀਵਨ ਨੂੰ ਜਦੋਂ ਗੁਰੂ ਨਾਲ ਜੋੜਾਂਗੇ, ਬਾਣੀ ਨਾਲ ਜੋੜਾਂਗੇ ਤੇ ਇੱਕ ਅਲੱਗ ਜਿਹਾ ਜੀਵਨ ਮਹਿਸੂਸ ਕਰਾਂਗੇ। ਸਾਨੂੰ ਇੱਕ ਅਲੱਗ ਜਿਹਾ ਅਹਿਸਾਸ ਹੋਏਗਾ। ਇੱਕ ਆਮ ਜੀਵਨ ਦੇ ਨਾਲੋਂ ਗੁਰੂ ਨਾਲ ਜੁੜਿਆ ਹੋਇਆ ਜੀਵਨ ਬੜਾ ਇੱਕ ਅਲੱਗ ਜੀਵਨ ਹੁੰਦਾ ਹੈ। ਤੇ ਇਹ ਇੱਕ ਸਮਝ ਵਿੱਚ ਵੀ ਆ ਰਿਹਾ ਕਿ ਤੁਸੀਂ ਜਿਹੜਾ ਇਸ ਕੋਰਸ ਨੂੰ ਅਟੈਂਡ ਕਰਨ ਲਈ ਇੱਥੇ ਪੁੱਜ ਰਹੇ ਹੋ, ਤੁਹਾਡੇ ਅੰਦਰ ਕੁਝ ਸਿੱਖਣ ਦੀ, ਕੁਝ ਸਮਝਣ ਦੀ ਤਾਂਘ ਹੈ, ਪਿਆਸ ਹੈ। ਇਹ ਇੱਕ ਬੜੀ ਵੱਡੀ ਗੱਲ ਹੈ। ਇੱਕ ਬੜੀ ਵੱਡੀ ਗੱਲ ਹੈ ਕਿ ਜਿਹੜੇ ਤੁਸੀਂ ਇੱਥੇ ਚੱਲ ਕੇ ਆ ਰਹੇ ਹੋ ਵਿਚਾਰ ਦੇ ਨਾਲ ਜੁੜਨ ਦੇ ਲਈ। ਅੱਜ ਹਰ ਕੋਈ ਵਿਅਕਤੀ ਵਿਚਾਰ ਨਾਲ ਜੁੜਨ ਲਈ ਤਿਆਰ ਨਹੀਂ ਹੁੰਦਾ। ਵੈਸੇ ਵੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ, ਤੇ ਬਾਣੀ ਵਿੱਚ ਪਾਤਸ਼ਾਹ ਨੇ ਇਹ ਗੱਲ ਕਹੀ ਹੈ, ਬਾਣੀ ਬਿਰਲੋ ਵਿਚਾਰਸੀ। ਬਾਣੀ ਦੇ ਵਿਚਾਰ ਨਾਲ ਕੋਈ ਵਿਰਲਾ ਹੀ ਜੁੜ ਪਾਏਗਾ। ਬੜੇ ਥੋੜੇ ਜਿਹੇ ਵਿਚਾਰਵਾਨ ਹੁੰਦੇ ਨੇ ਤੇ ਤੁਸੀਂ ਉਹਨਾਂ ਥੋੜਿਆਂ ਵਿੱਚੋਂ ਹੋ ਜਿਹੜੇ ਇੱਥੇ ਆਏ ਹੋ। ਔਰ ਇਸ ਕੋਰਸ ਦੀ ਹੁਣ ਜਦੋਂ ਅਸੀਂ ਪਿਛਲੇ ਹਫ਼ਤੇ ਆਰੰਭਤਾ ਕੀਤੀ ਹੈ, ਇਸ ਕੋਰਸ ਨੂੰ ਨਾਲ ਦੀ ਨਾਲ ਆਨਲਾਈਨ ਵੀ ਸਟਾਰਟ ਕੀਤਾ ਗਿਆ। ਪਿਛਲੇ ਹਫ਼ਤੇ ਵੀ ਜਦੋਂ ਇੱਥੇ ਅਸੀਂ ਲੈਕਚਰ ਨੂੰ ਅਟੈਂਡ ਕਰ ਰਹੇ ਸੀ ਤਾਂ ਲਗਭਗ 100 ਦੇ ਕਰੀਬ ਐਸੇ ਵੀ ਸਟੂਡੈਂਟ ਸਨ ਜਿਹੜੇ ਜ਼ੂਮ ਦੇ ਉੱਪਰ ਇਸ ਕੋਰਸ ਨੂੰ ਅਟੈਂਡ ਕਰ ਰਹੇ ਸਨ। ਸੋ ਇੱਥੇ ਵੀ ਸੰਗਤ ਆਏਗੀ, ਆਨਲਾਈਨ ਵੀ ਅਟੈਂਡ ਕਰੇਗੀ ਤਾਂ ਇਸ ਕੋਰਸ ਦਾ ਜਿਹੜਾ ਪਸਾਰਾ ਦੂਰ ਦੂਰ ਤੱਕ ਜਾਏਗਾ। ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਨ ਤੋਂ ਪਹਿਲਾਂ ਬੇਨਤੀ ਕਰਾਂਗਾ ਗੁਰਮਤਿ ਕਾਲਜ ਦੇ ਸਾਡੇ ਚੇਅਰਮੈਨ ਵੀਰ ਜਤਿੰਦਰਪਾਲ ਸਿੰਘ ਜੀ ਗੋਲਡੀ ਵੀਰ ਜੀ, ਉਹ 2 ਮਿੰਟ ਲਈ ਆਪ ਨੂੰ ਅੱਜ ਦੇ ਗੁਰਪੁਰਬ ਦੀ ਵਧਾਈ ਵੀ ਦੇਣਗੇ ਤੇ ਆਪ ਜੀ ਦੇ ਨਾਲ 2 ਮਿੰਟ ਲਈ ਵਿਚਾਰ ਸਾਂਝੇ ਕਰਨਗੇ। ਗੋਲਡੀ ਵੀਰ ਜੀ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਜੋ ਸ਼ਾਰਟ ਟਰਮ ਕੋਰਸ ਗੁਰੂ ਸਾਹਿਬ ਮਹਾਰਾਜ ਦਾ ਸ਼ਾਰਟ ਟਰਮ ਕੋਰਸ ਦਾ ਜੋ ਅੱਜ ਉਸ ਨਾਲ ਸਾਡਾ ਦੂਸਰਾ ਸੈਸ਼ਨ ਹੈ ਜਿਹੜਾ ਸਟਾਰਟ ਹੋ ਰਿਹਾ ਹੈ। ਸੈਸ਼ਨ ਤਾਂ ਸਾਡਾ 30ਵਾਂ ਹੈਗਾ, ਲੇਕਿਨ ਸਾਡੀ ਜੋ ਕਲਾਸ ਹੈ ਉਹ ਸੈਕਿੰਡ ਅਸੀਂ ਤੇ ਅੱਜ ਦਾ ਚੈਪਟਰ ਸਾਡਾ ਤੀਸਰਾ ਚੈਪਟਰ ਸ਼ੁਰੂ ਹੋਣਾ ਹੈ। ਪਰ ਉਸ ਤੋਂ ਪਹਿਲੇ ਜਿਹੜਾ ਕਿ ਅੱਜ ਬਾਣੀ ਦੇ ਰਚੇਤਾ ਜਿਨ੍ਹਾਂ ਨੇ ਸਾਨੂੰ ਸੁਖਮਨੀ ਸਾਹਿਬ ਵਰਗੀ ਦਾਤ ਦਿੱਤੀ, ਜਿਨ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਵਰਗੀ ਦਾਤ ਬਖਸ਼ੀ, ਜਿਹਦੇ ਕਰਕੇ ਅੱਜ ਅਸੀਂ ਇੱਥੇ ਉਸ ਗੁਰਬਾਣੀ ਦਾ ਵਿਚਾਰ ਕਰਨ ਵਾਸਤੇ ਪਹੁੰਚੇ ਹਾਂ, ਕਰਤਿਤ ਹੋਏ ਹਾਂ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਸਾਹਿਬ ਦਾ ਜਿੱਥੇ ਅੱਜ ਇੱਥੇ ਗੁਰੂ ਸ਼ਬਦ ਨਾਲ ਜੁੜਾਂਗੇ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਾਰੇ ਸੰਸਾਰ ਨੂੰ ਅਸੀਂ, ਸਾਰੀ ਸੰਗਤ ਨੂੰ ਅਸੀਂ ਨਾਲ ਲੱਖ ਲੱਖ ਵਧਾਈ ਦਿੰਦੇ ਹਾਂ। ਅੱਜ ਦਾ ਪਾਵਨ ਦਿਹਾੜਾ ਜਦੋਂ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਬੀਬੀ ਭਾਨੀ ਜੀ ਦੇ ਕੁੱਖੋਂ ਗੁਰੂ ਸਾਹਿਬ ਨੇ ਪ੍ਰਕਾਸ਼ ਹੋਇਆ। ਉਹ ਗੁਰੂ ਸਾਹਿਬ ਨੇ ਪ੍ਰਕਾਸ਼ ਲਿਆ ਤੇ ਪੰਚਮ ਪਾਤਸ਼ਾਹ ਨੇ ਜਿਹੜਾ ਕੰਮ ਕੀਤਾ, ਸੱਚ ਜਾਣਨਾ ਪੂਰਾ ਸੰਸਾਰ ਜਾਣਦਾ ਹੈ ਕਿ ਸਾਨੂੰ ਉਹਨਾਂ ਨੇ ਅਨਮੋਲ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਸਾਨੂੰ ਦੇ ਕੇ ਗਏ। ਆਦ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਤੇ ਗੁਰੂ ਸ਼ਬਦ ਦਾ ਸਾਨੂੰ ਖਜ਼ਾਨਾ ਦਿੱਤਾ। ਔਰ ਤਕਰੀਬਨ ਪੂਰੇ ਸੰਸਾਰ ਦੇ ਜਿੰਨੇ ਵੀ ਗੁਰੂ ਨਾਨਕ ਨਾਮ ਲਿਆ ਹੋਇਆ ਸਭ ਤਕਰੀਬਨ ਸਾਡੇ ਬੀਬੀਆਂ ਦੇ ਅੰਦਰ ਸੁਖਮਨੀ ਸਾਹਿਬ ਦੇ ਪਾਠ ਲੜੀਆਂ ਅੱਜ ਤੋਂ ਆਰੰਭ ਹੋਣਗੀਆਂ। ਤਕਰੀਬਨ 1.25 ਮਹੀਨਾ ਸ਼ਹਾਦਤ ਤੱਕ ਚੱਲਦੀਆਂ। ਸ਼ਹਿਰ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਦੀ ਅਨਮੋਲ ਬਾਣੀ, ਗੁਰੂ ਸ਼ਬਦ ਦਾ ਵਿਚਾਰ, ਜਿਹਦੇ ਕਰਕੇ ਸਾਰੇ ਅਸੀਂ ਇਕੱਤਰਿਤ ਹੋਏ ਹਾਂ ਇੱਥੇ। ਜਿੱਥੇ ਮੈਂ ਆਪ ਜੀ ਨੂੰ ਵਧਾਈ ਦਿੰਦਾ, ਧੰਨਵਾਦ ਕਰਨਾ ਡਾਕਟਰ ਸਾਹਿਬ ਦਾ, ਜਸਵੰਤ ਸਿੰਘ ਜੀ ਦਾ, ਕਿ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇੱਥੇ ਪਹੁੰਚੇ ਹਨ। ਔਰ ਅੱਜ ਦੇ ਇਸ ਕਲਾਸ ਦੇ ਵਿੱਚ, ਅੱਜ ਦੇ ਇਸ ਆਪਣੇ ਚੈਪਟਰ ਦੇ ਉੱਤੇ ਉਹਨਾਂ ਨੇ ਆਪ ਸਾਰਿਆਂ ਨੂੰ ਜੋੜਨਾ ਹੈ। ਮੈਂ ਬੇਨਤੀ ਕਰਾਂਗਾ ਕਿ ਜਿਹੜੇ ਆਪ ਜੀ ਜ਼ੂਮ ਦੇ ਉੱਤੇ ਵੀ ਸਾਡੇ ਇਸ ਕਲਾਸ ਨੂੰ ਅਟੈਂਡ ਕਰ ਰਹੇ ਹੋ, ਕੋਸ਼ਿਸ਼ ਕਰੋ ਕਿ ਆਪ ਜੀ ਇਸ ਚੈਪਟਰ ਦੇ ਸਾਰੇ ਧਿਆਨ ਕਰਕੇ, ਧਿਆਨ ਜੋੜ ਕੇ ਆਪਣਾ ਇਸ ਵਿਚਾਰ ਨੂੰ ਸੁਣੋ, ਸਰਵਣ ਕਰੋ। ਕਿਉਂਕਿ ਸਾਡਾ ਇਸ ਕੋਰਸ ਨੂੰ ਪੂਰਾ ਹੋਣ ਤੋਂ ਬਾਅਦ ਅਸੀਂ ਇਹਦੇ 'ਤੇ ਆਪ ਜੀ ਕੋਲੋਂ ਇੱਕ ਪੇਪਰ ਵੀ ਲੈਣਾ ਹੈ, ਜਿਸ ਪੇਪਰ ਦੇ ਵਿੱਚ ਜਿਨ੍ਹਾਂ ਨੇ ਫਸਟ ਆਰ ਨੂੰ 11,000 ਰੁਪਏ, ਸੈਕਿੰਡ ਦੇ 5100, ਥਰਡ ਨੂੰ 3100 ਤੇ 1100 ਦੇ ਤਕਰੀਬਨ 10 ਪ੍ਰਾਈਜ਼, ਕੰਸੋਲੇਸ਼ਨ ਪ੍ਰਾਈਜ਼ ਦਿੱਤੇ ਜਾਣੇ ਹਨ। ਨਾਲ ਸਾਰੇ ਜਿੰਨੇ ਵੀ ਪਾਰਟੀਸਪੇਟ ਕਰ ਰਹੇ ਹਨ ਜ਼ੂਮ 'ਤੇ, ਇੱਥੇ ਜਿਨ੍ਹਾਂ ਨੇ ਸੈਸ਼ਨ ਆਪਣੀ ਕਰਾਈ ਹੋਏਗੀ, ਸਾਰਿਆਂ ਨੂੰ ਅਸੀਂ ਸਰਟੀਫਿਕੇਟ ਦਿੱਤਾ ਜਾਏਗਾ ਇਸ ਕੋਰਸ ਦਾ। ਮੈਂ ਆਸ ਕਰਾਂਗਾ ਕਿ ਤੁਸੀਂ ਇਸ ਕੋਰਸ ਨੂੰ ਬੜੇ ਧਿਆਨ ਨਾਲ ਸੁਣੋਗੇ, ਸਮਝੋਗੇ। ਇਹ ਕੋਈ ਪ੍ਰਾਈਜ਼ ਤੁਹਾਡੇ ਵਾਸਤੇ ਵੱਡੀ ਚੀਜ਼ ਨਹੀਂ ਹੈ, ਲੇਕਿਨ ਮਾਣ ਦੀ ਗੱਲ ਹੈ। ਇੱਕ ਇੰਟਰਸਟ ਪੈਂਦਾ ਕਿ ਨਹੀਂ ਅਸੀਂ ਇੱਕ ਇੱਥੋਂ ਪ੍ਰਾਈਜ਼ ਜਿੱਤ ਕੇ ਆਏ ਹਾਂ, ਸਤਿਕਾਰ ਲੈ ਕੇ। ਸਤਿਕਾਰ ਹੈ ਤੁਹਾਡਾ,
मैं आस करांगा जिन्ने भी बैठे ने सारे वह चढ़ की कोशिश करेंगे ताकि साडा कोर्स घर में प्रचार गुरु शब्द का प्रचार हो सके। और मैं आस करांगा तो पिछले बेनती की थी जिथे आप जी ने आप आना है नाल कटो एक सज्जन को भेज के हो लियाओ ताकि वध तो वध इस शब्द के प्रचार के अंदर आप जी झोलियाँ पा सको। दोबारा आए सारी साध संगत का तत्काल जो डॉक्टर साहब का कोटान को धन्यवाद। आज के पावन ग्रुप की आप सब लख लख बधाइयाँ। वाहिगुरू जी का खालसा वाहिगुरू जी की फतेह। साध संगत जी, जिथे गोल्डी वीर जी ने आप जी ने बेनती की है कि इस कोर्स का तुसी वध तो वध संगतां तक मैसेज पहुँचाओ। आपां हुणे ही गल कर रहे सी, ये बहुत जरूरी है साडे लई, साडी जिंदगी लई कि सानू साडे धर्म बारे, साडे गुरु बारे विस्तार दे विच जानकारी मिल सके। तो इसलिए मेरे ख्याल इस तो वधिया प्लेटफार्म सानू होर किते नहीं मिलता। हाँ, बड़ियां विचारां हुंदियां ने, ऐसी गल नहीं है, पर जिस तरीके दे नाल जिवें विद्वान सज्जन इत्थे आके गुरु साहब जी दे बाणी दे विचों ਜਿਹੜੇ विषय तुहाडे कोल सारियां कोल ब्राउशर असीं पिछले हफ्ते दिते ने, वो विषय तुसीं सारियां ने पढ़े ने, उन्हां विषयां बारे विस्तार विच जानकारी देनी है। अज दा जिहड़ा साडा पहले लैक्चर दा विषय है कि असीं क्यों ते किवें प्रेयर करनी, हाउ एंड वाई। असीं अरदास करनी है, प्रेयर करनी है, पूजा कीचा है, नाम ध्याई है, आपां बाणी विच पढ़दे किवें ध्याउणा है, क्यों ध्याउणा है। अज दा पहला विषय डॉक्टर जसवंत सिंह जी साडे नाल इह वाला साझा करनगे। डॉक्टर साहब गुरु ग्रंथ साहिब जी दे विच जिहड़ियां भाषावां ने, भाषा विग्यान के उपर डॉक्टर साहब ने PhD की डिग्री की है। तो इस वक्त डॉक्टर साहब डायरैक्टर ने सिख रिसर्च इंस्टीट्यूट USA और कनेडा के। गुरु ग्रंथ साहब प्रोजैक्ट के कंटेंट हैड ने। गुरु ग्रंथ साहब जी बारे ही इन्हां दी PhD है। गुरु ग्रंथ साहब जी बारे ही जिस प्रोजैक्ट इस वक्त चल रहा उन्होंने हैड कर रहे हैं। तो गुरु ग्रंथ साहब जी बारे इन्हां दी बड़ी सारी खोज है। तो इन्हां दी खोज का अज असीं सारिਆਂ ने लाहा लैना है। पहला लैक्चर इन्हां दा कि असीं क्यों ते किवें बाणी नूं जपना है, अरदास करनी है, प्रेयर किवें करनी है, हाउ एंड वाई शुड वी प्रे। तो इस विषय पे डॉक्टर जसवंत सिंह जी ने मैं बेनती करांगा, वो आप जी दे नाल सांझ पाणगे। पहले लैक्चर तो बाद रोजाना की तरह, हर लैक्चर की तरह असीं विचकार ब्रेक लवांगे, टी ब्रेक होएगी। फिर दूसरा विषय वो भी डॉक्टर साहब आप जी दे नाल साझा करनगे। मैं बेनती करांगा डॉक्टर जसवंत सिंह जी जो इस वक्त अज विशेष तौर पर मोहाली तो चल के साडी इस बेनती नूं प्रवान करके इत्थे आए ने, वो इन्हां विषयां दे नाल आप जी की सांझ पाउणगे। डॉक्टर जसवंत सिंह। कॉलेज के चेयरमैन साहब वीर जी कृपाल सिंह जी ਅਤੇ शॉर्ट टर्म गुरु ग्रंथ साहिब कोर्स के नवा जोड़ा सैशन शुरू होया पिछले हफ्ते, उस हाजिर हुए सारे ही विद्यार्थी जिज्ञासु और जो कुछ मेरे तो बड़े ने, कुछ मेरे बराबर के होंगे, कुछ छोटे ने। आओ सारे ही अपने मनां को एकाग्र करते हुए सब तो पहले फतेह बुलाइए। वाहिगुरू जी का खालसा, वाहिगुरू जी की फतेह। गुरु अर्जन पातशाह के प्रकाश पुरब की बधाई भट्टा ने गुरु साहिब बारे लिखा है। गुर अर्जन घर गुरु रामदास भगत पुत्र आए। तो उन्होंने प्रकाश पुरब है
ਦੀ ਵਧਾਈ ਸਾਰਿਆਂ ਨੂੰ। ਦੂਜਾ, ਇਹ ਜਿਹੜਾ ਕੋਰਸ ਤੁਸੀਂ ਅਟੈਂਡ ਕਰ ਰਹੇ ਹੋ, ਇਹਦੇ ਲਈ ਵੀ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ, ਕਿਉਂਕਿ ਮੈਂ ਇਸ ਕੋਰਸ ਨਾਲ ਜਦੋਂ ਮੁੱਢ ਤੋਂ ਹੀ ਸ਼ੁਰੂ ਹੋਇਆ ਜੁੜਿਆ ਰਿਹਾ, ਅਕਸਰ ਹੀ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਾ ਰਿਹਾ ਹਾਂ। ਸੋ ਮੇਰੇ ਉਸ ਅਨੁਭਵ ਵਿੱਚੋਂ ਮੈਂ ਤੁਹਾਨੂੰ ਕਹਿਣ ਲੱਗਾ ਕਿ ਇਹ ਕੋਰਸ ਕਰਨ ਤੋਂ ਬਾਅਦ ਜਦੋਂ ਕੰਪਲੀਟ ਕਰ ਲਵੋਗੇ, ਯੂ ਵਿਲ ਫੀਲ ਕਿ ਸਮਥਿੰਗ ਹੈਜ਼ ਚੇਂਜ ਵਿਦਿਨ। ਤੁਹਾਡੀ ਸੋਝੀ, ਤੁਹਾਡੀ ਸਮਝ, ਤੁਹਾਡਾ ਐਕਸਪੀਰੀਅੰਸ ਆਫ ਲਾਈਫ, ਆਫ ਸਿੱਖੀ, ਗੁਰਬਾਣੀ, ਸ਼ਬਦ, ਬਹੁਤ ਸਾਰੇ ਕੁਐਸਚਨਸ ਜਿਹੜੇ ਮਨ ਵਿੱਚ ਆਉਂਦੇ ਨੇ, ਉਹਨਾਂ 'ਚੋਂ ਬਹੁਤ ਕੁਝ ਤੁਸੀਂ ਵੇਖੋਗੇ ਵੀ ਹੱਲ ਹੋ ਗਏ। ਸੋ ਇਹ ਬਹੁਤ ਹੀ ਉੱਤਮ ਪਲੇਟਫਾਰਮ ਹੈ ਜਿੱਥੇ ਤੁਸੀਂ ਇਕੱਤਰ ਹੋਏ ਹੋ। ਬੜਾ ਹੀ ਕੰਪਰੀਹੈਂਸਿਵ ਤੇ ਬੜੀ ਮਿਹਨਤ ਨਾਲ ਤਿਆਰ ਕੀਤਾ ਗਿਆ ਇਹ ਕੋਰਸ ਹੈ। ਕਈ ਪਿਛਲੇ ਸਾਲਾਂ ਤੋਂ ਚੱਲ ਰਿਹਾ। ਕੋਵਿਡ ਕਰਕੇ ਵਿੱਚ ਬ੍ਰੇਕ ਆ ਗਈ ਸੀ, ਹੁਣ ਨਵੇਂ ਸਿਰੇ ਤੋਂ ਆਰੰਭ ਹੋਏਗਾ। ਸੋ ਇਫ ਆਈ ਸੇ ਕਿ ਬੀ ਅ ਲਿਟਲ ਪ੍ਰਾਊਡ ਆਫ ਯੋਰਸੈਲਫ ਕਿ ਤੁਸੀਂ ਇਸ ਕੋਰਸ ਨੂੰ ਅਟੈਂਡ ਕਰਨ ਲਈ ਗੁਰੂ ਸਾਹਿਬ ਨੇ ਪ੍ਰੇਰਨਾ ਸਾਨੂੰ ਦਿੱਤੀ ਹੈ, ਤੇ ਇੱਕ ਜੀਵਨ ਦਾ ਤੁਹਾਡਾ ਨਾ ਇੱਕ ਨਵਾਂ ਤਜਰਬਾ ਹੋਏ। ਸੋ ਡੋਂਟ ਮਿਸ ਐਨੀ ਕਲਾਸ। ਥੋੜ੍ਹੇ ਜਿਹੇ ਕਮਿਟਮੈਂਟ ਨਾਲ, ਡੈਡੀਕੇਸ਼ਨ ਨਾਲ ਇਹ ਕੋਰਸ ਨੂੰ ਸਾਰੇ ਨੂੰ ਪੂਰਾ ਕਰੋ, ਕੰਪਲੀਟ ਕਰੋ। ਅੱਜ ਦੇ ਜਿਹੜੇ 2 ਲੈਕਚਰ ਨੇ, ਇਹ ਭਾਈ ਸਾਹਿਬ ਹੋਣਾ ਨੇ ਬਹੁਤ ਹੀ ਸੋਚ ਸਮਝ ਕੇ ਰੱਖੇ ਨੇ, ਤੇ ਆਈ ਥਿੰਕ ਇਹ ਬਹੁਤ ਵਧੀਆ ਹੋਇਆ ਕਿ ਆਰੰਭ ਵਿੱਚ ਹੀ ਰੱਖ ਲਿਆ ਕਿ ਇਹ ਤੁਹਾਨੂੰ ਅਗਲੇ ਕੋਰਸ ਸਾਰੇ ਵਿੱਚ ਬੈਨੀਫਿਟ ਕਰਨਗੇ। ਦੂਜਾ ਹੈ ਕਿ ਜਿਹੜੇ ਇਹ ਦੋਵੇਂ ਲੈਕਚਰ ਨੇ, ਇਹ ਸੱਚਮੁੱਚ ਹੀ ਤੁਹਾਡੀ ਆਪਣੀ ਸਾਡੀ ਸਾਰਿਆਂ ਦੀ ਜਿਹੜੀ ਰੋਜ਼ਾਨਾ ਦੀ ਲਾਈਫ ਹੈ, ਜ਼ਿੰਦਗੀ ਹੈ, ਉਹਦੇ ਵਿੱਚ ਹੈਲਪ ਕਰ। ਇਹ ਇੱਕ ਕਿਸਮ ਨਾਲ ਇਸ ਤਰ੍ਹਾਂ ਦੇ ਹੋਏਗਾ ਵੀ ਜਿਵੇਂ ਨਾ ਲਾਈਫ ਲੌਂਗ ਸੇਧ ਸਾਨੂੰ ਮਿਲੇ। ਅਤੇ ਮੇਰੇ ਇਹ ਮਨ ਭਾਉਂਦੇ ਟੌਪਿਕ ਨੇ ਦੋਵੇਂ, ਉਹ ਇਸ ਕਰਕੇ ਕਿ ਇਹਨਾਂ ਨਾਲ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਜੁੜਿਆ ਹੋਇਆ। ਕਿਸੇ ਵੇਲੇ ਮੈਂ ਆਪਣੇ ਯੰਗ ਏਜ ਦੇ ਵਿੱਚ ਪਾਠ ਕਰ ਰਿਹਾ ਸਾਂ, ਅਤੇ ਪਾਠ ਕਰਨ ਤੋਂ ਬਾਅਦ ਮੇਰੇ ਆਪਣੇ ਮਨ ਵਿੱਚ ਇਹ ਗੱਲ ਆਈ ਕਿ ਪਾਠ ਤਾਂ ਮੈਂ ਕਰ ਲਿਆ, ਕਿੱਦਾਂ ਪਤਾ ਲੱਗੇ ਵੀ ਇਹ ਮੇਰਾ ਪਾਠ ਪ੍ਰਵਾਨ ਹੋਇਆ ਕਿ ਨਹੀਂ। ਇਹ ਸਵਾਲ ਮੇਰੇ ਅੰਦਰ ਪੈਦਾ ਹੋਇਆ। ਤੇ ਜਵਾਨੀ ਵੇਲਾ ਸੀ, ਯੂਥ ਵਿੱਚ, ਤੇ ਇਹਦਾ ਕੋਈ ਸਿੱਧਾ ਜਵਾਬ ਤੇ ਨਹੀਂ ਆਇਆ। ਸਹਿਜ ਪਾਠ ਵੀ ਕਰਦੇ ਹੁੰਦੇ ਸਨ। ਸੋ ਇੱਕ ਦਿਨ ਸਹਿਜ ਪਾਠ ਕਰਦਿਆਂ ਇੱਕ ਤੁਕ ਐਸੀ ਗੁਰੂ ਅਮਰਦਾਸ ਪਾਤਸ਼ਾਹ ਦੇ ਸਾਹਮਣੇ ਆਈ ਜਿਸ ਨੇ ਉਸ ਸਵਾਲ ਦਾ ਜਵਾਬ ਦਿੱਤਾ ਵੀ ਮੈਂ ਪਾਠ ਕੀਤਾ ਸੋਦਾ ਰਹਿਰਾਸ ਸਾਹਿਬ ਦਾ, ਸਵੇਰੇ ਜਪਜੀ ਸਾਹਿਬ ਦਾ, ਜਾਂ ਸਹਿਜ ਪਾਠ ਕੀਤਾ ਹੈ, ਜਾਂ ਕੁਛ ਵੀ ਤੁਸੀਂ ਕਰਦੇ। ਇਹ ਜਿਹੜਾ ਸ਼ਬਦ ਵਰਤਿਆ ਨਾ ਪ੍ਰੇਅਰ, ਤਾਂ ਇਸ ਟੌਪਿਕ ਦਾ ਟਾਈਟਲ ਹੈ ਹਾਊ ਡੂ ਵੀ ਪ੍ਰੇ ਇੰਗਲਿਸ਼ ਵਿੱਚ, ਤੇ ਉਸ ਤੋਂ ਪਹਿਲਾਂ ਵਾਈ ਡੂ ਵੀ ਪ੍ਰੇ। ਕਿਉਂਕਿ ਕਈ ਵਾਰ ਨਾ ਕਿਸੇ ਕੰਮ ਨੂੰ ਕਿਵੇਂ ਕਰਨਾ ਹੈ, ਉਹਦੇ ਲਈ ਜੇ ਸਾਨੂੰ ਇਹ ਪਤਾ ਲੱਗ ਜੇ ਨਾ ਵੀ ਕਰਨਾ ਕਿਉਂ ਹੈ, ਇਹਦੇ ਨਾਲ ਫਿਰ ਆਪਣੇ ਆਪ ਹੀ ਇਹ ਪਤਾ ਲੱਗ ਜਾਂਦਾ ਵੀ ਕਿਵੇਂ ਕਰਨਾ। ਜੇ ਛੋਟੇ ਬੱਚੇ ਨੂੰ ਆਪਾਂ ਇਹ ਕਹੀਏ ਨਾ ਰੋਜ਼ ਵੀ ਪੜ੍ਹੋ ਪੜ੍ਹੋ, ਤੇ ਉਹਨੂੰ ਸਮਝ ਨਹੀਂ ਲੱਗਦੀ ਬੱਚੇ ਨੂੰ। ਮੇਰੇ ਖਿਆਲ 10ਵੀਂ 12ਵੀਂ ਤੱਕ ਨਹੀਂ ਉਹਨੂੰ ਪਤਾ ਲੱਗਦਾ ਵੀ ਕਿਉਂ ਪੜ੍ਹ ਰਿਹਾ, ਕਿਉਂ ਉਹਨੂੰ ਇੰਨੀ ਮਿਹਨਤ ਕਰਨ ਲਈ ਕਿਹਾ ਜਾਂਦਾ। ਸੋ ਜੇ ਅਸੀਂ ਉਹਨੂੰ ਇਹ ਸਮਝਾ ਦਈਏ ਨਾ ਵੀ ਜਿਹੜਾ ਤੂੰ ਸਟੱਡੀ ਕਰ ਰਿਹਾ, ਪੜ੍ਹ ਰਿਹਾ ਹੈ, ਮਾਰਕਸ ਤੈਨੂੰ ਕਿਹਾ ਚੰਗੇ ਲੈ ਕੇ ਆਉਣੇ ਨੇ, ਇਹ ਪੈਰੈਂਟਸ ਵਾਸਤੇ ਨਹੀਂ ਹੈ, ਜਾਂ ਨਾ ਟੀਚਰਸ ਵਾਸਤੇ, ਇਹ ਉਸ ਬੱਚੇ ਵਾਸਤੇ। ਇਹ ਗੱਲ ਤੁਸੀਂ ਉਹਦੇ ਜ਼ਿਹਨ ਵਿੱਚ ਪਾ ਦਿਓ ਵੀ ਦਿਸ ਇਜ਼ ਫॉर ਯੂ, ਫॉर ਯੂਅਰ ਲਾਈਫ, ਫॉर ਯੂਅਰ ਕਰੀਅਰ। ਇਹ ਗੱਲ ਜੇ ਉਹਦੀ ਸਮਝ ਵਿੱਚ ਆ ਜਾਏ ਨਾ ਕਿ ਇਹ ਬੱਚਾ ਛੋਟੀਆਂ ਕਲਾਸਾਂ ਵਿੱਚ, 10ਵੀਂ ਵਿੱਚ, 12ਵੀਂ ਵਿੱਚ ਜੋ ਕੁਛ ਕਰ ਰਿਹਾ, ਜਿੰਨੀ ਮਿਹਨਤ ਕਰ ਰਿਹਾ ਹੈ, ਉਹਦਾ ਸਾਰੇ ਦਾ ਸਾਰਾ ਉਹਦੇ ਤੇ ਡਿਪੈਂਡ ਕਰਨੀ ਹੈ ਕਿ ਉਹਦੀ ਫਿਊਚਰ ਲਾਈਫ ਕਿਸ ਤਰ੍ਹਾਂ ਦੀ ਹੈ, ਉਹਨੂੰ ਕਿਹੋ ਜਿਹੀ ਜੌਬ ਮਿਲਣੀ ਹੈ, ਕਿਹੋ ਜਿਹਾ ਉਹਦਾ ਕਰੀਅਰ ਹੋਣਾ, ਕਿਹੋ ਜਿਹੀ ਲਾਈਫ ਹੋਣੀ ਹੈ। ਦੈਟ ਵਿਲ ਡਿਪੈਂਡ ਅਪੋਨ ਦੈਟ ਪਾਰਟ। ਸੋ ਫਿਰ ਬੱਚੇ ਨੂੰ ਨਾ ਆਟੋਮੈਟਿਕ ਫਿਰ ਉਹ ਸੈਲਫ ਡਰਿਵਨ ਹੋ ਜਾਂਦਾ, ਇਹ ਸਮਝ ਲੱਗ ਜਾਂਦੀ ਵੀ ਉਹ ਦਿਸ ਇਜ਼ ਫॉर ਮੀ। ਇਹ ਮੰਮ ਮੈਨੂੰ ਰੋਜ਼ ਆਉਂਦੀ ਰਹਿੰਦੀ ਪੜ੍ਹਨ ਵਾਸਤੇ, ਉਹਦੇ ਲਈ ਵੀ ਹੈਗਾ ਹੈ। ਸੋ ਇਸੇ ਤਰ੍ਹਾਂ ਕਿ ਜੇ ਸਾਨੂੰ ਇਹ ਪਤਾ ਲੱਗ ਜਾਏ ਨਾ ਕਿ ਐਕਚੁਅਲੀ ਵਾਈ ਡੂ ਵੀ ਪ੍ਰੇ। ਸੋ ਪ੍ਰੇ ਇੰਗਲਿਸ਼ ਦਾ ਸ਼ਬਦ ਆ ਕਿ ਸਾਡੇ ਲਈ ਸਿੱਖੀ ਕੰਟੈਕਸਟ ਵਿੱਚ ਇਹਦਾ ਮਤਲਬ ਆ ਆਪਾਂ ਪਾਠ ਕਰਦੇ ਹਾਂ, ਆਪਾਂ ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆ ਜਾਂਦੀਆਂ, ਅਰਦਾਸ ਕਰਦੇ।
तो साडे लई प्रे का मतलब है असीं पाठ करते, सानूं कहा जाता कि पाठ करो। तो क्वेश्चन पहलों ये बनता इस समझण लई भी किवें कीता जाए। पहलों ये समझना आपां सो दो पाठ ने भी एक्चुअली करना क्यों। सो 10 सैकंड ਲਈ मैं ਤੁਹਾਨੂੰ सोचण ਲਈ ਤੁਸੀਂ लिख भी सकते हो अपने आप ही ਤੁਹਾਡਾ ਕੀ जवाब है। किया जाता पाठ करो जी सवेरे शाम ਨੂੰ गुरुद्वारा साहब जाओ, सिमरन करो, कीर्तन सुनो करो। क्यों करते हैं? अक्सर देखो ਉਹਦੇ ਜਿਹੜੇ ਸਾਡੇ ਮਨਾਂ ਵਿੱਚ ਜਵਾਬ ਆਮ ਜਿਹੜੇ ਆਉਂਦੇ ਨੇ ਨਾ, ਕਿਉਂਕਿ ਦੁਨੀਆਦਾਰ ਬੰਦੇ ਹਾਂ ਆਪਾਂ, तो ज़्यादातर आप काम करते हैं भी अपन जो कोई विशेज़ ने उन्होंने फुलफिल करने वास्ते करते है ना। जो बच्चे ने असीं कहने भी गुरुद्वारे साहब मत्था टेक या पाठ कर, तो वो सामने असीं शुरू तो रख देंगे भी इहदे नाल तेरे एग्जाम्स नंबर चंगे आउणगे। साडियां लाइफ लॉन्ग विशेज़ जिहड़ियां ने कभी फुलफिल नहीं होंदियां, डिजायर्स, तो सानूं इदां लगदा भी असीं हर काम जिहड़ा उन्हां नूं पूरा करन लई करदे। ज़्यादातर तुसीं वेखोगे दिस इज़ हाउ वी, है ना, दिस इज़ वट वी डू फॉर। कुछ लोग कहते हैं भी क्योंकि जिंदगी में दुख ने बहुत, दुखों तो बचन लिए करते, कई दुख जोड़े आ गए ने उन्होंने दूर करने लिए करते। कईयां नूं जिंदगी चो कहते हैं बई डर लगता मैनूं, डर नूं दूर करने लिए करते। किसी नूं ओल्ड एज का डर है, किसी नूं दुख आ ना जान, किसी नूं ये डर है कोई काम खराब ना हो जाए, काम ठीक चल रहा है पर अगे भी चलता रहे, खराब ही ना हो जाए, ये डर। तो इस तरह मतलब इस तरह के जवाब जोड़े तुम देखो कि साढ़े मनां च भी इस तरह ही लगता। किसी एक फिलोसफर ने कहा भी बहुत सारे लोग जोड़े गुरुद्वारे मंदिर जो जाते हैं ना, तो वो दो मोटे कारण होंगे। एक तो यह कि भी वो अद्धे क जने तो डरते मारे गए, दुखों का डर, जमा का डर, नरकों का डर, अगले जन्म का डर, राइट एंड सो ऑन। तो जोड़े अद्धे क डर करके नहीं गए, वो अद्धे क लालच करके गए, उन्होंने कुछ ना कुछ मंगना, कुछ मंगण गए। सो इत्थे यानी कि आम संसारी बिरती जी साड़ी है वो इत्थे खड़ी होती। सो इन्हां चीज़ों लिए असीं करते हैं, इन्हां चो कुछ पूरियां हो जांदियां, कुछ अधूरियां रह जांदियां, फिर कुछ होर आ जांदियां। सो दिस इज़ हाउ वी कंटिन्यू डूइंग थिंग्स। पर इस तो थोड़ा डीपर जाके आप सोचिए भी कि इसे इन्हां चीज़ों वास्ते असीं कर रहे हैं। सो इहदा आपां वेखांगे भी गुरबाणी सानूं जिहड़ी है वो इहदे बारे की कहिंदी। वैसे एक बड़ा प्यारा कोट है, वो कहता कि देखो असी समझते तो सानू लगता भी शायद असी रब को कुछ मंगांगे तो फिर ही मिलेगा, नहीं मंगांगे तो शायद ना मिले। तो इंग्लिश का कोट है बड़ा वधिया, वो कहता वी कैनॉट आस्क गॉड एनीथिंग फॉर ही नोज आर नीड्स बिफोर दे आर बॉर्न इन अस। वो कहता भी रब को सानू किसी चीज़ नूं मंगण की लोड़ नहीं, क्योंकि उन्हें ही पैदा किया सानू, उही साडे अंदर वसदा है, तो सानू किन्हां चीज़ों की लोड़ है उन्होंने पता है। सिंपल एग्जाम्पल लैनी हो भी जिवें पेरेंट्स नूं पता है कि वो बच्चे नूं की चाहिए, बच्चे नूं छोटे नूं दस्सण की लोड़ नहीं पैंदी। सो इस तरह की गल है। पर असीं देखते हैं भी साडे नाल इस तरह शायद ही कदी होवे। सानू इस करके इहदे विच्चों फिर सवाल निकलता भी कई बार सारी उम्र, कई बार बहुत लंबा समा पाठ करके भी ये शिकायत सुनने मिलती है जी मन टिकिया नहीं, शांति नहीं आई, धीरज नहीं आया, अजे भी कोई अंदर टिका नहीं आया। उत्थे सारिया चीज़ों को रिलेट करने की लोड़ है भी शायद इस करके नहीं आया क्योंकि असी जिस मकसद लिए पाठ करना सी वो टिका लिए शायद किया ही नहीं कभी पाठ, है ना। असी इस करके पाठ शायद किया ही नहीं कि भी पेशेंस आवे मेरे, धीरज आवे, थोड़ी मेरी कंटेंटमेंट बढ़े। डिड वी डू दैट? कि कभी इस सोच के पाठ किया? पाठ तो सारी उम्र कुछ ना कुछ मंगण नहीं करते। सो मैं वो पंक्ति जी कह रहा कि मैनू जिस पंक्ति ने एनलाइटन किया फॉर माई सैल्फ, वो बहुत ही प्यारी पंक्ति है। वो 2-3 लाइनां ने उस सारा जवाब गुरु साहब आप ही दिया कि ये वास्ते पाठ हो। किमें पता लगे भी पाठ जिहड़ा रहरा साहब का पाठ किया भी अज मेरा पाठ सफल हो गया, वो तुहाडे लई पैरामीटर अपने सारे वो ये है संध्या शब्द गुरु साहब ने इत्थे वरतिया। संध्या का ना ओरिजिनली मीनिंग हुंदा सी जिहड़ी सवेरे ते शाम दोवें वेले जिहड़ी प्रार्थना की जाती है, पूजा की जाती है, पाठ किया जाता है। ओरिजिनली संध्या का मतलब सवेरे जदों सूरज चढ़ता है तो जदों शाम नूं डुबदा है। संध्या माने संधि, संधि प्रकाश का वेला, जो दिन ते रात मिलते हैं, तो सवेरे भी एक बार मिलते हैं तो फिर शाम नूं।
ਪਰ ਬਾਅਦ ਚ ਹੁਣ ਲੇਟੈਸਟ ਆਈ ਮੀਨ ਅੱਜ ਦੇ ਸੰਦਰਭ ਵਿੱਚ ਸੰਧਿਆ ਦਾ ਮਤਲਬ ਬਣ ਗਿਆ ਸਿਰਫ ਸ਼ਾਮ। ਸੋ ਇੱਥੇ ਉਹ ਦੋਵਾਂ ਵੇਲਿਆਂ ਦਾ ਮਕਸਦ। ਸੋ ਗੁਰੂ ਸਾਹਿਬ ਕਹਿ ਰਹੇ ਇਹ ਸੰਧਿਆ ਪਰਵਾਨ ਹੈ। ਬਿਗਨਿੰਗ ਇੱਥੋਂ ਕਰਦੇ ਵੀ ਸਵਾਲ ਪੁੱਛ ਰਹੇ ਹੋ ਨਾ ਕਿਹੜਾ ਕੀਤਾ ਪਾਠ ਪ੍ਰਵਾਨ ਹੋਇਆ, ਕਹਿੰਦੇ ਇਹ ਵਾਲਾ ਕਿਹੜਾ ਜੀ, ਇਹ ਸੰਧਿਆ ਪਰਵਾਨ ਹੈ। ਅੱਗੇ ਹੁਣ ਜਵਾਬ ਦਿੰਦੇ ਨੇ ਕਿਹੜੀ ਜੀ, ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਹੁਣ ਇਹ ਜਦੋਂ ਪਹਿਲੀ ਵਾਰ ਮੈਂ ਪੰਕਤੀ ਪੜ੍ਹੀ ਸੋ ਮੇਰੀ ਸਮਝ ਮੁਤਾਬਕ ਸਿੰਪਲ ਜਿਹਾ ਇਹਦਾ ਮੀਨਿੰਗ ਇਹ ਬਣਦਾ ਵੀ ਮੈਂ ਸੂਰਤ ਰਹਿਰਾ ਸਾਹਿਬ ਦਾ ਪਾਠ ਕੀਤਾ, ਗੁਟਕਾ ਪੜ੍ਹਿਆ, ਸਮਾਪਤੀ ਹੋ ਗਈ, ਗੁਟਕਾ ਰੱਖਤਾ। ਉਸ ਪਾਠ ਦੌਰਾਨ ਮੈਨੂੰ ਕੋਈ ਅੰਦਰ ਕੋਈ ਫੀਲਿੰਗ ਆਈ ਨਹੀਂ ਆਈ, ਕੋਈ ਰੱਬ ਦਾ ਚੇਤਾ ਆਇਆ, ਉਹਦੇ ਲਈ ਕੋਈ ਪਿਆਰ, ਕੋਈ ਭਾਵਨਾ, ਕੋਈ ਪਾਠ ਕਰਨ ਤੋਂ ਪਹਿਲੋਂ ਜੋ ਮੇਰੀ ਸਟੇਟ ਆਫ ਮਾਈਂਡ ਸੀ ਤੇ ਕਰਨ ਦੇ ਦੌਰਾਨ ਜਾਂ ਕਰਨ ਤੋਂ ਬਾਅਦ ਕੋਈ ਫਰਕ ਪਿਆ ਕਿ ਮੈਂ ਉਹੋ ਜਿਹੀ, ਜੇ ਤੇ ਬਿਲਕੁਲ ਉਹੀ ਸੀ ਵੀ ਕੋਈ ਫਰਕ ਨਹੀਂ ਪਿਆ। ਗੁਟਕਾ ਪੜ੍ਹਿਆ ਸੀ, ਪਾਠ ਕੀਤਾ, ਅਰਦਾਸ ਕੀਤੀ, ਰੱਖਤਾ ਤੇ ਐਜ਼ ਇਟ ਇਜ਼ ਜਿਹੋ ਜਿਹਾ ਮੈਂ ਪਹਿਲੋਂ ਸਾਂ ਉੱਦਾਂ ਹੀ, ਅੰਦਰ ਵੀ ਕੋਈ ਫਰਕ ਨਹੀਂ ਤੇ ਅਦਰਵਾਈਜ਼ ਨਹੀਂ। ਤੇ ਫਿਰ ਗੁਰੂ ਸਾਹਿਬ ਕਹਿੰਦੇ ਵੀ ਪਾਠ ਕਰਵਾਇਆ। ਪਹਿਲੀ ਸ਼ਰਤ ਹੈ ਵੀ ਘੱਟੋ ਘੱਟ ਪਾਠ ਕਰਨ ਦੇ ਦੌਰਾਨ ਰੱਬ ਚੇਤੇ ਆਇਆ ਹੋਵੇ। ਉਹ 20 ਮਿੰਟਸ 30 ਮਿੰਟਸ ਇੱਦਾਂ ਹੋਵੇ ਵੀ ਤੁਸੀਂ ਰੱਬ ਦੇ ਨਾਲ ਬੈਠੇ ਹੋ, ਤੁਸੀਂ ਉਹਦੇ ਨਾਲ ਗੱਲਾਂ ਕਰ ਰਹੇ ਹੋ। ਕਿਉਂਕਿ ਤੁਸੀਂ ਵੇਖੋਗੇ ਸਾਰਾ ਪਾਠ ਹੀ ਜਿਹੜਾ ਹੈ ਉਹ ਜਾਂ ਤੇ ਗੁਰੂ ਸਾਹਿਬ ਅੱਗੇ ਅਰਦਾਸ ਹੈ, ਜਾਂ ਮਨ ਨੂੰ ਸਮਝਾਇਆ ਜਾ ਰਿਹਾ, ਜਾਂ ਵਾਹਿਗੁਰੂ ਜੀ ਅੱਗੇ ਅਰਦਾਸ ਹੈ। ਸੋ ਦਰ ਤੇਰਾ ਕਿਹਾ, ਸਿੱਧਾ ਹੀ ਪਰਮਾਤਮਾ ਦੇ ਨਾਲ ਕਨਵਰਸੇਸ਼ਨ ਹੋ ਰਹੀ। ਤੇਰਾ ਮੀਨਸ ਤੇਰਾ, ਤੇ ਵਾਹਿਗੁਰੂ ਤੇਰਾ ਦਰ ਕੈਸਾ ਹੈ। ਜੇ ਅਸੀਂ ਕਹਿ ਰਹੇ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ, ਗੁਰੂ ਨੂੰ ਮੁਖਾਤਬ ਹੋ ਰਹੇ ਹਾਂ। ਜੇ ਅਸੀਂ ਕਹਿ ਰਹੇ ਹਾਂ ਕਾਹੇ ਰੇ ਮਨ ਚਿਤ ਵਹਿ ਉਦਮ, ਤਾਂ ਮਨ ਨੂੰ ਕਹਿ ਰਹੇ ਹਾਂ। ਜੇ ਅਸੀਂ ਕਹਿ ਰਹੇ ਹਾਂ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਅਸੀਂ ਵਾਹਿਗੁਰੂ ਨੂੰ ਮੁਖਾਤਬ ਹੋ ਰਹੇ ਹਾਂ। ਮਤਲਬ ਪਾਠ ਵਿੱਚ ਤੇ ਜਾਂ ਤੁਸੀਂ ਮਨ ਤੁਹਾਡੇ ਸਾਹਮਣੇ ਬੈਠਾ ਹੋਵੇ, ਜਾਂ ਗੁਰੂ ਪਾਤਸ਼ਾਹ ਨਾਲ ਤੁਸੀਂ ਇਸ ਤਰ੍ਹਾਂ ਕਿ ਡਾਇਲੌਗ, ਯੂ ਆਰ ਟਾਕਿੰਗ ਟੂ ਦੈਮ, ਜਾਂ ਫਿਰ ਵਾਹਿਗੁਰੂ ਨਾਲ ਕਰ ਰਹੇ। ਪਰ ਅਸੀਂ ਸਾਰਾ ਪਾਠ ਕਰ ਲੈਂਦੇ ਹਾਂ ਤੇ ਸਾਨੂੰ ਕੋਈ ਅਹਿਸਾਸ ਜਿਹਾ ਹੁੰਦਾ ਨਹੀਂ। ਇਹ ਹੈ ਉਹ ਪੰਕਤੀ, ਜਿਤ ਹਰ ਪ੍ਰਭ ਮੇਰਾ ਚਿੱਤ ਆਵੇ, ਚੇਤੇ ਆ ਜਾਏ, ਮੇਰੇ ਚਿੱਤ ਵਿੱਚ ਵਸ ਜਾਏ ਆ ਕੇ। ਚਲੋ ਬਾਅਦ ਵਿੱਚ ਨਾ ਵਸੇ, ਜਿੰਨਾ ਚਿਰ ਮੈਂ ਪਾਠ ਕਰ ਰਿਹਾ ਉਨਾ ਚਿਰ ਤੇ ਵਸੇ, ਉਨਾ ਚਿਰ ਤੇ ਅਹਿਸਾਸ ਬਣੇ। ਅੱਗੇ ਫਿਰ ਕਹਿ ਰਹੇ ਨੇ ਹਰ ਸਿਉ ਪ੍ਰੀਤ ਉਪਜੈ, ਮਾਇਆ ਮੋਹ ਜਲਾਵੈ। ਪ੍ਰੀਤ ਤੇ ਮੋਹ, ਹਰੀ ਨਾਲ ਮੇਰੀ ਪ੍ਰੀਤੀ ਪਿਆਰ ਜੇ ਪਹਿਲਾਂ 10% ਸੀ ਤੇ ਪਾਠ ਕਰਕੇ 11 ਹੀ ਹੋ ਜਾਏ, ਵਧੇ। ਤੇ ਮਾਇਆ ਮੋਹ ਸੰਸਾਰ ਨਾਲ ਜੋ ਅਟੈਚਮੈਂਟ ਬਣੀ ਹੋਈ ਹੈ, ਜਿਹੜੀ ਮੈਨੂੰ ਡੀਸਟੈਬਲਾਈਜ਼ ਕਰਦੀ ਹੈ, ਉਹ ਥੋੜੀ ਘਟੇ। ਸਿੰਪਲ ਵੀ ਪਾਠ ਅੱਜ ਦਾ ਜਿਹੜਾ ਕੀਤਾ ਕੁਛ ਤੇ ਚੇਂਜ ਆਵੇ। ਵਾਹਿਗੁਰੂ ਨਾਲ ਮੇਰਾ ਪਿਆਰ ਕੱਲ ਕਿੰਨਾ ਸੀ, ਪਿਛਲੇ ਹਫ਼ਤੇ ਕਿੰਨਾ ਸੀ, ਪਿਛਲੇ ਸਾਲ ਕਿੰਨਾ ਸੀ, ਉਹਦੇ ਥੋੜਾ ਹਰ ਪਾਠ ਨਾਲ ਫਰਕ ਪੈਂਦਾ ਜਾਵੇ, ਉਹ ਵੱਧਦਾ ਜਾਵੇ। ਤੇ ਸੰਸਾਰ ਨਾਲ ਜਿਹੜਾ ਮੋਹ ਹੈ ਉਹ ਡਿਕਰੀਜ਼ ਹੁੰਦਾ ਜਾਵੇ, ਘਟਦਾ ਜਾਵੇ। ਫਿਰ ਕਹਿੰਦੇ ਜੀ ਗੁਰ ਪ੍ਰਸਾਦੀ, ਇਹ ਗੁਰ ਪ੍ਰਸਾਦ ਹੁੰਦਾ ਸਾਡੇ ਲਈ ਬਾਣੀ, ਗੁਰੂ ਦਾ ਸ਼ਬਦ, ਇਹ ਗੁਰ ਪ੍ਰਸਾਦ। ਪਾਠ ਕਰ ਰਹੇ ਸੋ ਉਸ ਪਾਠ ਦੇ ਥਰੂ ਦੁਬਿਧਾ ਮਰੈ, ਬੰਦੇ ਨੂੰ ਸਾਰੀ ਉਮਰ ਦੁਬਿਧਾ ਡੁਲਾਈ ਰੱਖਦੀ। ਪਾਠ ਕਰਕੇ ਵੀ, ਮੱਥਾ ਟੇਕ ਕੇ ਵੀ, ਕੀਰਤਨ ਸੁਣ ਕੇ ਵੀ ਮਨ ਡੋਲੀ ਜਾਂਦਾ, ਸਮਝ ਨਹੀਂ ਲੱਗਦੀ, ਭਰੋਸਾ ਹੀ ਨਹੀਂ ਬਣਦਾ। ਤੇ ਗੁਰੂ ਸਾਹਿਬ ਆਂਦੇ ਵੀ ਦੁਬਿਧਾ ਖਤਮ ਹੋ ਜਾਏ। ਵੀ ਜੇ ਪਾਠ ਕਰ ਕਰਕੇ ਵੀ ਦੁਬਿਧਾ ਨਹੀਂ ਮੁੱਕੀ ਤੇ ਫਿਰ ਕਿੱਥੇ ਮੁੱਕਣੀ ਹੈ, ਕਦੋਂ ਮੁੱਕਣੀ ਹੈ? ਘੱਟੋ ਘੱਟ ਘਟ ਜਾਏ। ਮਨੁਆ ਅਸਥਿਰ, ਮਨ ਡੋਲਦਾ ਨਾ, ਸਥਿਰ ਨਹੀਂ ਰਹਿੰਦਾ। ਗੁਰੂ ਸਾਹਿਬ ਕਹਿੰਦੇ ਸਥਿਰ ਹੋ ਜਾਏ। ਸੰਧਿਆ ਕਰੇ ਵਿਚਾਰ, ਇਹ ਸੰਧਿਆ ਕਹਿੰਦੇ ਇਹ ਆ ਸੰਧਿਆ ਪ੍ਰਵਾਨ, ਜਿਹਦੇ ਨਾਲ ਹਰੀ ਪ੍ਰਭੂ ਮੈਨੂੰ ਚੇਤੇ ਆਏ, ਮੇਰੀ ਪ੍ਰੀਤ ਵਿੱਚ ਕੁਝ ਥੋੜਾ ਜਿਹਾ ਵਾਧਾ ਹੋਵੇ, ਮੇਰਾ ਮੋਹ ਘਟੇ, ਮੇਰੀ ਦੁਬਿਧਾ ਮੁੱਕ ਜਾਏ, ਮੇਰਾ ਮਨ ਪਹਿਲਾਂ ਨਾਲੋਂ ਸਾਰਾ ਨਹੀਂ ਤੇ ਥੋੜਾ ਜਿਹਾ ਵਧੇਰੇ ਅਡੋਲ ਹੋਵੇ।
ਜੇ ਤੇ ਇਹ ਚੀਜ਼ਾਂ ਹੋਈਆਂ ਨੇ ਤੇ ਉਸ ਤੁਸੀਂ ਫਿਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਤੁਸੀਂ ਆਪ ਉਹਦੇ ਵੇਖਣਾ ਹੈ ਕਿ ਪਿਆ ਫਰਕ ਮਾਸਾ ਹੀ ਪਵੇ ਭਾਵੇਂ। ਜੇ ਪਿਆ ਤੇ ਅੱਜ ਦਾ ਪਾਠ ਮੇਰਾ ਪ੍ਰਵਾਨ ਹੋ, ਜੇ ਨਹੀਂ ਪਿਆ ਤੇ ਫਿਰ ਸਾਨੂੰ ਰੀਵਿਜ਼ਿਟ ਕਰਨ ਦੀ ਲੋੜ ਹੈ ਵੀ ਫਿਰ ਮੈਂ ਹੁਣ ਕੱਲ੍ਹ ਤੋਂ ਕਿਵੇਂ ਪਾਠ ਕਰਾਂ, ਕਿਸ ਤਰ੍ਹਾਂ ਕਰਾਂ, ਆਪਣੇ ਪ੍ਰੇਮ ਨੂੰ ਕਿਵੇਂ ਵਧਾਵਾਂ, ਆਪਣੀ ਕੰਸਨਟ੍ਰੇਸ਼ਨ ਨੂੰ ਕਿਵੇਂ ਥੋੜ੍ਹਾ ਜਿਹਾ ਹੋਰ ਵਧਾਵਾਂ ਕਿ ਇਹ ਚੀਜ਼ਾਂ ਬਾਣੀ ਦਾ ਜਦੋਂ ਮੈਂ ਪਾਠ ਕਰ ਰਿਹਾ, ਜਦੋਂ ਮੈਂ ਸੁਣ ਰਿਹਾ, ਜਦੋਂ ਸੇਵਾ ਕਰ ਰਿਹਾ, ਅਰਦਾਸ ਕਰ ਰਿਹਾ, ਕੋਈ ਵੀ ਕੰਮ ਸਿਮਰਨ ਕਰ ਰਿਹਾ ਭਾਈ, ਇਹ ਚੀਜ਼ਾਂ ਮੇਰੇ ਮਨ 'ਤੇ ਅਸਰ ਪਾਉਣ। ਸੋ ਇਹ ਗੁਰਬਾਣੀ ਦੇ ਵਿੱਚੋਂ ਵੇਖੋ ਇਹ ਪੰਕਤੀ ਜਿਹੜੀ ਹੈ ਇਹ ਆ ਰਹੀ। ਹੁਣ ਇਹਦੇ ਉਲਟ ਅਗਲੀ ਲਾਈਨ ਗੁਰੂ ਸਾਹਿਬ ਇਹਦੇ ਆਪੋਜ਼ਿਟ ਕਰਦੇ, ਉਹ ਕਹਿੰਦੇ ਹੁਣ ਇੱਕ ਮਨਮੁਖ ਬੰਦਾ ਵੀ ਹੈਗਾ ਜਿਹੜਾ ਡਰਿਵਨ ਬਾਈ ਦੇਅਰ ਮਾਈਂਡ ਹੈ, ਉਹ ਗੁਰੂ ਦੀ ਗੱਲ ਜਿਹੜੀ ਪਾਠ ਕਰ ਰਿਹਾ ਹੈ, ਸੁਣ ਰਿਹਾ, ਉਹ ਨਹੀਂ ਉਹਦੇ 'ਤੇ ਅਸਰ ਕਰਦੀ, ਉਹਦੇ ਆਪਣੇ ਮਨ ਦੀਆਂ ਖਾਹਿਸ਼ਾਂ ਡਿਜ਼ਾਇਰ ਸੀ ਉਹਨੂੰ ਡਰਾਈਵ ਕਰੀ ਜਾਂਦੀਆਂ ਨੇ ਸਾਰੀ ਉਮਰ ਮਨਮੁਖ। ਤੇ ਉਹ ਕਹਿ ਰਹੇ ਇਹਦੇ ਉਲਟ ਹੁਣ ਕਹਿੰਦੇ ਨੇ ਨਾਨਕ ਸੰਧਿਆ ਕਰੈ ਮਨਮੁਖੀ। ਮਨਮੁਖ ਬੰਦਾ ਵੀ ਸੰਧਿਆ ਕਰਦਾ, ਉਹ ਵੀ ਸਵੇਰੇ ਸ਼ਾਮ ਪਾਠ ਕਰਦਾ ਹੈ। ਉੱਥੇ ਕੀ ਹੁੰਦਾ ਹੈ, ਜੀਓ ਨਾ ਟਿਕੈ, ਉਹਦਾ ਮਨ ਟਿਕਦਾ ਨਹੀਂ, ਸਾਰੀ ਉਮਰ ਪਾਠ ਕਰੀ ਜਾਂਦਾ, ਮਨ ਨਹੀਂ ਟਿਕਦਾ, ਭਰੋਸਾ ਹੀ ਨਹੀਂ ਆਉਂਦਾ, ਮੱਥਾ ਟੇਕਦਾ ਸਵੇਰੇ ਸ਼ਾਮ ਫਿਰ ਵੀ ਡੋਲੀ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਇਹ ਮਨਮੁਖ ਦੀ ਫਿਰ ਸੰਧਿਆ। ਮਰ ਜੰਮੈ ਹੋਏ ਖੁਆਰ, ਇਹੋ ਜਿਹਾ ਬੰਦਾ ਫਿਰ ਭਟਕਦਾ ਰਹਿੰਦਾ, ਉਹਦੀ ਭਟਕਣਾ ਤੁਰੀ ਜਾਂਦੀ, ਮਰਦਾ ਜੰਮਦਾ, ਉਮਰ ਭਰ ਖੁਆਰ ਹੁੰਦਾ ਰਹੇ। ਇਸੇ ਚੀਜ਼ ਨੂੰ ਭਗਤ ਕਬੀਰ ਜੀ ਨੇ ਇੱਕ ਬਹੁਤ ਪਿਆਰਾ ਲਿਖਿਆ, ਉਹ ਕਹਿੰਦੇ ਵੀ ਸੰਧਿਆ ਕਰ ਲੈਣੀ, ਪਾਠ ਕਰ ਲੈਣਾ ਨਹੀਂ ਕੋਈ ਵੱਡੀ ਗੱਲ, ਇਹ ਮਨ ਟਿਕਿਆ ਹੀ ਨਹੀਂ, ਪ੍ਰੇਮ ਨੇ ਕੋਈ ਛਾਲਾ ਨਹੀਂ ਖਾਧਾ, ਫਿਰ ਸੰਧਿਆ ਜਿਹੜੀ ਉਹ ਕਿਵੇਂ ਪ੍ਰਵਾਨ ਹੋਈ। ਉਹ ਕਹਿੰਦੇ ਨੇ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜੋ ਭੈ ਦਾਦੁਰ ਪਾਣੀ ਮਾਹੀ। ਮਿਡਕ ਡੱਡੂ ਹੁੰਦਾ ਨਾ, ਖੂਹ ਦਾ ਡੱਡੂ ਪਾਣੀ ਦੇ ਵਿੱਚ ਰਹਿੰਦਾ, ਫਰੋਗ, ਉਹਦੇ ਨਾਲ ਕੰਪੇਅਰ ਕਰ ਰਹੇ ਆਂਦੇ ਇਸ ਤਰ੍ਹਾਂ ਤੇ ਡੱਡੂ ਵੀ ਰੋਜ਼ ਸਵੇਰੇ ਸ਼ਾਮ ਨਹਾਉਂਦਾ। ਜੇ ਬੰਦੇ ਨੇ ਇਸ ਤਰ੍ਹਾਂ ਦਾ ਹੀ ਪਾਠ ਕਰਨਾ ਵੀ ਸਵੇਰੇ ਕਰ ਲਿਆ, ਸ਼ਾਮ ਨੂੰ ਕਰ ਲਿਆ, ਗੁਟਕਾ ਰੱਖਿਆ ਤੇ ਨਾਲ ਹੀ ਪਾਠ ਵੀ ਗਿਆ, ਵੀ ਕੁਝ ਨਹੀਂ, ਜਿਹੋ ਜਿਹੇ ਪਹਿਲਾਂ ਸਭ ਉੱਦਾਂ ਹੀ ਰਹਿ ਗਏ। ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਦੇ ਕੁਝ ਲੋਕ ਵੀ ਹੈਗੇ ਨੇ, ਸੰਧਿਆ ਪ੍ਰਾਤ ਇਸ਼ਨਾਨ ਕਰਾਂ, ਸਵੇਰੇ ਸ਼ਾਮ ਨਹਾਉਂਦੇ ਨੇ, ਪਾਠ ਕਰਦੇ ਨੇ, ਸੰਧਿਆ ਕਰਦੇ ਨੇ, ਵੀ ਇਹ ਨਹੀਂ ਕਰਦਾ। ਕੀ ਹੋਣਾ ਚਾਹੀਦਾ ਜੀ? ਉਹ ਕਹਿੰਦੇ ਅੱਗੇ ਜੋ ਪੈ ਰਾਮ ਰਾਮ ਰਤਿ ਨਾਹੀ, ਰਤੀ ਪ੍ਰੇਮ, ਇਹ ਰਾਮ ਦੇ ਨਾਲ, ਵਾਹਿਗੁਰੂ ਦੇ ਨਾਲ ਮਨ ਅੰਦਰ ਪ੍ਰੇਮ ਨਹੀਂ ਪਿਆ, ਪਾਠ ਕਰਦਿਆਂ ਕਰਨ ਤੋਂ ਬਾਅਦ ਸਭ ਧਰਮ ਰਾਏ ਕਹਿ ਜਾ। ਸੇਮ ਉਹੀ ਜੋ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਸੀ, ਮਰ ਜੰਮੈ ਹੋਏ ਕੋ, ਇਹ ਨਹੀਂ, ਫਿਰ ਪ੍ਰਵਾਨਗੀ ਨਹੀਂ ਹੋਈ। ਸੋ ਇਹ ਗੁਰਬਾਣੀ ਦੀਆਂ ਆਪਣੀਆਂ ਪੰਕਤੀਆਂ ਨੇ, ਮੈਂ ਤਾਂ ਸਿਰਫ ਤੁਹਾਨੂੰ ਹੈਲਪ ਕੀਤੀ ਉਹਨਾਂ ਨੂੰ ਸਮਝਣ ਵਿੱਚ, ਯਾਨੀ ਇਹਦੇ 'ਚ ਮੈਂ ਕੁਛ ਨਹੀਂ ਕਿਹਾ ਤੁਹਾਨੂੰ, ਹੈ ਨਾ। ਸੋ ਗੁਰੂ ਸਾਹਿਬ ਆਪ ਸਾਨੂੰ ਦੱਸ ਰਹੇ ਨੇ ਵੀ ਇਹੋ ਜਿਹੀ ਸੰਧਿਆ ਕਰਨੀ ਹੈ ਭਾਈ, ਇਹ ਕਿਸੇ ਨੂੰ ਪੁੱਛਣ ਦੀ ਫਿਰ ਲੋੜ ਨਹੀਂ, ਤੁਹਾਡੇ ਮਨ ਨੇ ਆਪ ਤੁਸੀਂ ਪੁੱਛਣਾ ਕਿ ਹਾਂ ਅੱਜ ਦੱਸ ਬਣੀ ਗੱਲ, ਕੁਛ ਨਹੀਂ ਬਣੀ ਤੇ ਕਿਉਂ ਨਹੀਂ ਬਣੀ, ਕੀ ਅਸੀਂ ਕਾਹਲੀ 'ਚ ਕੀਤਾ ਹੈ, ਕੀ ਸਾਡੀ ਸਮਝ ਵਿੱਚ ਨਹੀਂ ਆਇਆ, ਜਾਂ ਪ੍ਰੇਮ ਨਾਲ ਨਹੀਂ ਕੀਤਾ, ਕੀ ਗੱਲ ਹੈ। ਆਪਣੇ ਆਪ, ਉਹ ਵੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਆਪਣੇ ਆਪ ਨੂੰ। ਤਾਂ ਹੀ ਸੰਧਿਆ ਦਾ ਨਾ ਇੰਗਲਿਸ਼ ਵਿੱਚ ਇਹਦਾ ਇੱਕ ਮੈਡੀਟੇਸ਼ਨ ਵੀ ਕਹਿੰਦੇ ਨੇ, ਰਿਫਲੈਕਸ਼ਨ, ਕੰਟੈਂਪਲੇਸ਼ਨ। ਉਹਨਾਂ ਸਾਰੇ ਸ਼ਬਦਾਂ ਦਾ ਅਰਥ ਹੀ ਇਹ ਵੀ ਜਿਵੇਂ ਤੁਸੀਂ ਨਾ ਆਪਣੇ ਆਪ ਚਿੰਤਨ, ਵੀ ਆਪਣੇ ਆਪ ਦੇ ਉੱਤੇ ਜਿਵੇਂ ਅਸੀਂ ਰਿਫਲੈਕਟ ਕਰ ਰਹੇ ਹਾਂ, ਉਹ ਪਾਠ ਦੌਰਾਨ ਆਪਣਾ ਤੇ ਗੁਰੂ ਦਾ, ਆਪਣਾ ਤੇ ਵਾਹਿਗੁਰੂ ਦਾ ਕਨੈਕਸ਼ਨ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਕਿੱਥੇ ਪਹੁੰਚਿਆ, ਕੋਈ ਗੱਲ ਬਣ ਰਹੀ ਹੈ ਕਿ ਨਹੀਂ। ਸੋ ਦਿਸ ਇਜ਼ ਹਾਊ, ਯਾਨੀ ਇੱਥੋਂ ਸਾਨੂੰ ਉਹ, ਮੈਨੂੰ ਆਪਣੀ ਪਰਸਨਲ ਗੱਲ ਕਰਦਾ, ਮੇਰੇ ਲਈ ਇੱਕ ਟਰਾਂਸਫੋਰਮੇਸ਼ਨ ਵਾਲੀ ਗੱਲ ਸੀ। ਉਸ ਤੋਂ ਬਾਅਦ ਮੇਰੇ ਪਾਠ ਕਰਨ ਦਾ ਤਰੀਕਾ ਬਦਲ ਜਾਂਦਾ, ਮੇਰੇ ਲਈ ਬਿਲਕੁਲ ਕਲੈਰਿਟੀ ਹੋ ਜਾਂਦੀ ਵੀ ਉਹ, ਇਸ ਤੋਂ ਪਹਿਲਾਂ ਸ਼ਾਇਦ ਮੈਂ ਪਾਠ ਕਰਦਿਆਂ ਸਾਂ ਵੀ ਮੇਰੇ ਪੇਰੈਂਟਸ ਨੇ ਕਿਹਾ, ਜਾਂ ਮੈਨੂੰ ਸੀ ਕਿ ਵੀ ਨਹੀਂ ਕਰਾਂਗਾ ਤੇ ਗੁਰੂ ਸਾਹਿਬ ਗੁੱਸੇ ਹੋ ਜਾਣਗੇ, ਸਾਨੂੰ ਅਕਸਰ ਇੱਦਾਂ ਵੀ ਹੁੰਦਾ ਹੈ ਨਾ, ਜਾਂ ਮੈਨੂੰ ਇੱਦਾਂ ਸੀ ਵੀ ਸ਼ਾਇਦ ਰੱਬ ਨਾਲ ਨਾਰਾਜ਼ ਹੋ ਜਾਏਗਾ। ਪਰ ਇੱਥੋਂ ਪਤਾ ਲੱਗਾ ਵੀ ਨਹੀਂ, ਇਹ ਤੇ ਰੱਬ ਨੂੰ ਨਾਰਾਜ਼ ਜਾਂ ਖੁਸ਼ ਕਰਨ ਵਾਲੀ ਗੱਲ ਨਹੀਂ ਹੈ, ਕਿਉਂਕਿ ਉਹ ਤਾਂ ਅਸੀਂ ਸੋਧਾ 'ਚ ਪੜ੍ਹਦੇ ਹਾਂ, ਗੁਰੂ ਸਾਹਿਬ ਕਹਿੰਦੇ ਵੀ ਜੇ ਸਭ ਮਿਲ ਕੇ ਆਖਣ ਪਾ, ਜੇ ਸਾਰੀ ਦੁਨੀਆ ਰੱਬ ਦਾ ਨਾਮ ਜਪਣ ਲੱਗ ਜਾਏ ਰੱਬ ਨੂੰ ਕੋਈ ਫਰਕ ਪਵੇਗਾ? ਉਹ ਕਹਿੰਦੇ ਵੱਡਾ ਨਾ ਹੋਵੇ, ਉਹਨੇ ਵੱਡਾ ਨਹੀਂ ਹੋ ਜਾਣਾ, ਤੇ ਜੇ ਸਾਰੇ ਉਹਦਾ ਨਾਮ ਲੈਣਾ ਬੰਦ ਕਰ ਦੇਣ, ਘਾਟ ਨਾ ਜਾਏ, ਉਹਨੇ ਘਟ ਨਹੀਂ ਜਾਣਾ। ਸੋ ਸਾਡੇ ਤੁਹਾਡੇ ਪਾਠ ਦਾ ਰੱਬ ਨੂੰ ਨਹੀਂ ਕੋਈ ਫਾਇਦਾ ਹੋਣਾ, ਨਾ ਗੁਰੂ ਸਾਹਿਬ ਨੂੰ ਹੋਣਾ। ਗੁਰੂ ਸਾਹਿਬ ਤੇ ਬਾਣੀ ਉਚਾਰਨ ਕਰਕੇ ਸਾਨੂੰ ਦੇ ਗਏ, ਸਾਡੇ ਵਾਸਤੇ ਦੇ ਗਏ, ਨਾ ਪੇਰੈਂਟਸ ਨੂੰ ਹੋਣਾ,
ਉਹਨਾਂ ਨੂੰ ਥੋੜ੍ਹੀ ਖੁਸ਼ੀ ਚਲੋ ਮਿਲ ਜਾਏਗੀ ਵੀ ਹਾਂ ਬੱਚਾ ਸਾਡਾ ਜਿਹੜਾ ਪਾਠ ਕਰਦਾ ਪਿਆ, ਇੰਨੀ ਕੀ ਮਿਲ ਜਾਏਗੀ। ਪਰ ਜੋ ਅਸਲ ਇਹਦਾ ਲਾਭ ਘਾਟ ਜੋ ਹੋਣਾ ਉਹ ਸਾਨੂੰ, ਸੋ ਅਸੀਂ ਆਪਣੇ ਆਪ ਨੂੰ ਪੁੱਛਣਾ ਹੈ, ਅਸੀਂ ਆਪਣੇ ਆਪ ਤੋਂ ਇਹਦਾ ਜਿਹੜਾ ਉਹ ਹੱਲ ਜਵਾਬ ਲੱਭਣਾ। ਫਿਰ ਮੈਨੂੰ ਇੱਕ ਕੋਟ ਯਾਦ ਆਉਂਦਾ ਬੜਾ ਪਿਆਰਾ ਕਿ ਪਾਠ ਰੱਬ ਲਈ ਨਹੀਂ, ਇਹਦਾ ਸਿੱਧਾ ਜਿਹਾ ਜਵਾਬ ਹੈ ਵੀ ਵਾਈ ਡੂ ਵੀ ਪ੍ਰੇ, ਕਿਹਦੇ ਲਈ ਪ੍ਰੇਅਰ ਕਰ ਰਹੇ, ਪਾਠ ਕਿਹਦੇ ਵਾਸਤੇ ਕਰ ਰਹੇ। ਇਹ ਵੀ ਸਵਾਲ ਨਾ ਕਈਆਂ ਨੂੰ ਪੁੱਛੋ ਤੇ ਜਵਾਬ ਇਹਦਾ ਆਉਂਦਾ ਕਿ ਪਾਠ ਅਸੀਂ ਰੱਬ ਵਾਸਤੇ ਕਰ ਰਹੇ, ਸਾਨੂੰ ਇੱਦਾਂ ਹੀ ਲੱਗਦਾ ਜਾਂ ਗੁਰੂ ਸਾਹਿਬ ਵਾਸਤੇ ਕਰ ਰਹੇ। ਨਹੀਂ, ਪਾਠ ਤੁਸੀਂ ਆਪਣੇ ਆਪ ਵਾਸਤੇ ਕਰ ਰਹੇ। ਸੋ ਕੋਟ ਹੈ ਇੰਗਲਿਸ਼ ਵਾਲਾ, ਪ੍ਰੇਅਰ ਡਜ਼ ਨਾਟ ਚੇਂਜ ਗੋਡ। ਪ੍ਰੇਅਰ, ਪਾਠ ਜਿਹਨੂੰ ਆਪਾਂ ਕਹਿ ਲਈਏ ਡਜ਼ ਨਾਟ ਚੇਂਜ ਗੋਡ ਬਟ ਇਟ ਚੇਂਜਸ ਹਿਮ ਹੂ ਪ੍ਰੇਜ਼। ਇਸ ਪਾਠ ਨੇ, ਪੂਜਾ ਨੇ, ਪ੍ਰੇਅਰ ਨੇ ਜਿਹੜਾ ਕਰ ਰਿਹਾ ਹੈ ਉਹਨੂੰ ਬਦਲਣਾ ਹੈ, ਰੱਬ ਨੂੰ ਨਹੀਂ ਬਦਲਣਾ। ਦੇਖੋ ਕਿੰਨੀ ਵੱਡੀ ਗੱਲ ਹੈ। ਹੁਣ ਅਸੀਂ ਕਰ ਹੀ ਰਹੇ ਹਾਂ ਰੱਬ ਨੂੰ ਬਦਲਣ ਲਈ, ਅਸੀਂ ਤੇ ਜਿਵੇਂ ਉਹਦੇ ਨਾਲ ਬਾਰਗੇਨਿੰਗ ਕਰ ਰਹੇ ਹੈ ਨਾ। ਸਾਨੂੰ ਹੁੰਦਾ ਵੀ ਕਰ ਲਿਆ ਹੁਣ ਮਹਾਰਾਜਾ ਕਰਦੇ ਹੋ, ਸਾਨੂੰ ਇਦਾਂ ਨਹੀਂ ਹੋਇਆ ਕਿ ਵੀ ਇਹ ਹੁਣ ਕੀਤਾ ਹੈ, ਇਹ ਮੈਂ ਚੇਂਜ ਹੋਣਾ ਸੀ, ਮੇਰੇ ਤੇ ਕੋਈ ਤਬਦੀਲੀ ਆਈ ਨਹੀਂ, ਮੈਂ ਕਿਉਂ ਸੋਚਿਆ ਹੀ ਨਹੀਂ ਤਬਦੀਲੀ ਵਾਸਤੇ ਹੈ ਨਾ। ਮੈਂ ਤੇ ਆਪਣੇ ਆਪ ਨੂੰ ਆਲਰੇਡੀ ਇੰਨਾ ਕੰਡੀਸ਼ਨ ਸਾਂ ਤੇ ਉੱਤੋਂ ਹੋਰ ਇੰਨਾ ਕੰਡੀਸ਼ਨ ਕਰ ਲਿਆ ਵੀ ਮੈਂ ਪਾਠ ਕਰਕੇ ਹੋਰ ਕੰਡੀਸ਼ਨਡ ਹੋ ਗਿਆ। ਇਹ ਖਿਆਲ ਹੀ ਨਹੀਂ ਆਇਆ ਕਿ ਪਾਠ ਨੇ ਭਾਈ ਲੋਕਾਂ ਤੈਨੂੰ ਬਦਲਣਾ ਹੈ, ਕਿਸੇ ਨੂੰ ਨਹੀਂ ਬਦਲਣਾ, ਤੇ ਕਿਸੇ ਦੂਜੇ ਦੇ ਬਦਲਿਆ ਤੁਹਾਨੂੰ ਕੋਈ ਫਰਕ ਨਹੀਂ ਪੈਣਾ। ਇਹ ਵੀ ਵੇਖੋ ਗੱਲ ਬੜੀ ਸਫਲ ਜੀ ਗੱਲ ਹੈ। ਸਾਨੂੰ ਸਾਰੀ ਉਮਰ ਲੱਗਦਾ ਵੀ ਜੇ ਦੂਜਾ ਬੰਦਾ ਬਦਲ ਜਾਏ ਤੇ ਮੈਂ ਸੁਖੀ ਹੋ ਜਾਵਾਂ, ਪਰ ਇਦਾਂ ਨਹੀਂ ਜੀ ਹੁੰਦਾ। ਆਪਣੇ ਆਪ ਨੂੰ ਬਦਲਾਂਗੇ ਤੇ ਅਸੀਂ ਸੁਖੀ ਹੋ ਜਾਵਾਂਗੇ, ਇਹਦੀ ਗਾਰੰਟੀ ਹੈ, ਰਾਈਟ। ਸੋ ਅੱਗੇ ਚੱਲਦੇ ਹਾਂ ਜੀ। ਸੋ ਇੱਥੋਂ ਜੇ ਇਹ ਗੱਲ ਕਲੀਅਰ ਹੋ ਜਾਏ ਨਾ, ਇਹ ਗੱਲ ਸਾਡੀ ਸਮਝ ਵਿੱਚ ਆ ਜਾਏ ਵੀ ਦਿਸ ਇਜ਼ ਵਾਈ ਵੀ ਡੂ ਪਾਠ, ਦਿਸ ਇਜ਼ ਵਾਈ ਵੀ ਪ੍ਰੇ। ਇਹਦੇ ਵਿੱਚੋਂ ਹੀ ਹੁਣ ਫਿਰ ਅਗਲਾ ਜਿਹੜਾ ਪਾਠ ਹੈ ਵੀ ਫਿਰ ਕਿਵੇਂ ਕਰੀਏ ਪਾਠ। ਸੋ ਇਹਦੇ ਲਈ ਵੀ ਤੁਸੀਂ ਵੇਖੋ, ਜਦੋਂ ਇਹ ਸਵਾਲ ਮੈਨੂੰ ਵੀ ਅਕਸਰ ਸਾਰੀ ਉਮਰ ਮੈਂ ਪੜ੍ਹਾਉਂਦਾ ਰਿਹਾ ਸਿੱਖ ਸਟੱਡੀਜ਼ ਸਿੰਗਾਪੁਰ 60 ਸਾਲ, ਫਿਰ ਹੁਣ ਸਿੱਖ ਰਿਸਰਚ ਇੰਸਟੀਟਿਊਟ ਭਾਈ ਸਾਹਿਬ ਨੇ ਜਿਹੜਾ ਦੱਸਿਆ। ਸੋ ਬੇਸਿਕਲੀ ਹੁਣ ਮੇਰੇ ਨਾਂ ਦੇ ਅੱਗੇ ਜੇ ਲੱਗਣਾ ਚਾਹੀਦਾ ਤੇ ਮੁਹਾਲੀ ਨਹੀਂ, ਸਾਡਾ ਜਿਹੜਾ ਇੰਸਟੀਟਿਊਟ ਹੈ ਸਿੱਖ ਰਿਸਰਚ ਇੰਸਟੀਟਿਊਟ, ਉਹਨੂੰ ਸ਼ਾਰਟ ਵਿੱਚ ਅਸੀਂ ਕਹਿੰਦੇ ਸਿੱਖ RI, ਸਿੱਖਰੀ, ਸਿੱਖ ਰੀ। ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਨਾ, ਇਹ ਅਚਾਰਾ ਸਿੱਖ ਰੀ, ਇਹ ਬੀਬੀ ਰਾਣੀ, ਇਹ ਜਿਹੜਾ ਕੰਡਕਟ ਹੈ ਨਾ, ਇਹ ਜਿਹੜਾ ਆਚਰਣ ਹੈ ਗੁਰੂ ਦੱਸ ਰਿਹਾ, ਇਹਨੂੰ ਸਿੱਖ ਰੀ। ਸੋ ਸਿੱਖ RI ਗੂਗਲ ਕਰੋਗੇ ਤੇ ਇੰਸਟੀਟਿਊਟ ਬਾਰੇ ਇਨਫੋਰਮੇਸ਼ਨ ਜਿਹੜੀ ਉਹ ਆਏਗੀ। ਤੇ ਮੈਂ ਕਹਿ ਰਿਹਾ ਵੀ ਸੋ ਇਸ ਸਾਰੇ ਪੀਰੀਅਡ ਦੌਰਾਨ ਅਕਸਰ ਜੋ ਸਵਾਲ ਪੁੱਛੇ ਜਾਂਦੇ ਸੀ ਵੀ ਪਾਠ ਕਿਵੇਂ ਕਰੀਏ, ਕਿਵੇਂ ਨਾਮ ਜਪੀਏ, ਕਿਵੇਂ ਆਹ ਕੰਮ ਕਰੀਏ, ਕਿਉਂਕਿ ਅਸੀਂ ਮੈਥਡ ਲੱਭਦੇ, ਅਸੀਂ ਹਰ ਚੀਜ਼ ਨੂੰ ਮਕੈਨੀਕਲੀ ਚਾਹੁੰਦੇ ਹਾਂ ਵੀ ਕੁਝ ਦੱਸ ਦਿਓ 2+2 4 ਜਾਂ ਇੱਦਾਂ ਦਾ ਕੋਈ ਤਰੀਕਾ ਦੱਸ ਦਿਓ ਵੀ ਸ਼ੁੱਡ ਡੂ ਐਂਡ ਡਨ। ਅਸੀਂ ਮੇਰੀ ਆਪਣੀ ਸਮਝ ਮੁਤਾਬਕ ਜੋ ਗੁਰਬਾਣੀ ਚੋਂ ਪੜ੍ਹਿਆ ਹੈ, ਜੋ ਸਮਝਿਆ ਹੈ, ਉਹਦੇ ਚੋਂ ਇਹ ਗੱਲ ਸਮਝ ਆਉਂਦੀ ਵੀ ਗੁਰੂ ਸਾਹਿਬ ਨੇ ਐਸਾ ਕੋਈ ਮੈਥਡ ਨਹੀਂ ਦੱਸਿਆ। ਬੜੀ ਕਮਾਲ ਦੀ ਗੱਲ ਹੈ, ਗੁਰੂ ਸਾਹਿਬ ਐਸੇ ਮੈਥਡਸ ਕਰਨ ਵਾਲਿਆਂ ਨੂੰ ਸਗੋਂ ਰਿਜੈਕਟ ਕਰਦੇ, ਉਹਨਾਂ ਦਾ ਕ੍ਰਿਟੀਕ ਕਰਦੇ ਨੇ ਵੀ ਨਹੀਂ ਭਾਈ ਇੱਦਾਂ ਨਹੀਂ ਗੱਲ ਬਣੀ। ਫਿਰ ਗੁਰਬਾਣੀ ਕਿਹੜਾ ਮੈਥਡ ਦੱਸਦੀ, ਉਹ 2-3 ਐਗਜ਼ਾਮਪਲਾਂ ਮੈਂ ਗੁਰਬਾਣੀ ਵਿੱਚ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ, ਜਿਹੜੀਆਂ ਇਸ ਗੱਲ ਦਾ ਸਾਨੂੰ ਜਵਾਬ ਦੇਣਗੀਆਂ ਕਿ ਪਾਠ ਕਿਵੇਂ ਕਰਨਾ। ਸੋ ਪਹਿਲੀ ਪੰਕਤੀ ਹੈ, ਗੁਰ ਪਰਮੇਸ਼ਰ ਪੂਜੀਐ, ਟਾਈਟਲ ਸੀ ਅੱਜ ਦੇ ਲੈਕਚਰ ਦਾ, ਪੂਜਾ ਕੀਚੈ ਨਾਮ। ਕਿਵੇਂ ਪੂਜੀਏ, ਉਹ ਆਂਦੇ ਗੁਰ ਪਰਮੇਸ਼ਰ ਪੂਜੀਐ। ਪਹਿਲੀ ਗੱਲ ਵੀ ਗੁਰੂ ਤੇ ਪਰਮੇਸ਼ਰ ਤੋਂ ਬਿਨਾਂ ਕਿਸੇ ਨੂੰ ਪੂਜਣਾ ਨਹੀਂ, ਪਹਿਲੀ ਗੱਲ ਤੇ ਇਹ। ਕਿਵੇਂ ਪੂਜੀਏ, ਤੇ ਜਵਾਬ ਸੁਣੋ ਜੀ ਬੜਾ ਪਿਆਰਾ, ਮਨ ਤਨ ਲਾਏ ਪਿਆਰ। ਇਹ ਤਰੀਕਾ ਗੁਰਬਾਣੀ, ਇਹ ਨਹੀਂ ਸਾਰੀ ਗੁਰਬਾਣੀ 'ਚ ਕਿਤੇ ਨਹੀਂ ਲਿਖਿਆ ਵੀ ਬਹਿ ਕੇ ਕਰਨਾ, ਕਿ ਖਲੋ ਕੇ ਕਰਨਾ, ਕਿ ਲੰਮੇ ਪੈ ਕੇ ਕਰਨਾ, ਕਿ ਇੱਦਾਂ ਕਰਨਾ ਕਿ ਨਹੀਂ ਕਰਨਾ, ਨਥਿੰਗ। ਇੱਦਾਂ ਕਰਨਾ ਜੀ, ਮਨ ਤਨ ਲਾਏ ਪਿਆਰ। ਮਨ ਤੇ ਤਨ ਮਨ ਨਾਲ ਕਰਨਾ, ਜਦੋਂ ਕਰਨਾ ਫਿਰ ਉਹਦੇ ਵਿੱਚ ਹੀ ਹੋਵੇਗਾ, ਮਨ ਕਰਕੇ ਵੀ ਤੇ ਤਨ ਕਰਕੇ ਵੀ, ਪਾਠ ਵਿੱਚ ਜੁੜਿਆ, ਪ੍ਰੇਮ ਵਿੱਚ ਭਿੱਜਾ ਹੋਵੇ, ਇੱਦਾਂ ਕਰਨਾ। ਇਹ ਤਰੀਕਾ ਕਰਕੇ ਦੇਖੋ, ਜਿਹੜਾ ਲਾਭ ਅਸੀਂ ਸੋਚਦੇ ਨਾ ਵੀ ਕਈ ਸਾਲ ਕਰਨ ਤੋਂ ਬਾਅਦ ਸਾਡੇ ਇੱਕ ਮਨ ਵਿੱਚ ਇਹ ਵੀ ਭਰਮ ਬਣਿਆ ਹੋਇਆ, ਸਾਨੂੰ ਲੱਗਦਾ ਵੀ ਸ਼ਾਇਦ ਇੰਨੇ ਸਾਲ ਪਾਠ ਕਰਾਂਗੇ ਤੇ ਫਿਰ ਕੋਈ ਉਹਦਾ ਲਾਭ ਹੋਵੇਗਾ।
ਪਰ ਇਹ ਪਾਠ ਸਾਡਾ ਗੁਰਬਾਣੀ ਦਾ ਤੇ ਪਿਛਲੀਆਂ ਜਿਹੜੀਆਂ ਪਰੰਪਰਾਵਾਂ ਟ੍ਰੈਡੀਸ਼ਨ ਸੀ ਉਹਨਾਂ ਦਾ ਇਹ ਫਰਕ ਹੈ। ਗੁਰਬਾਣੀ ਦਾ ਇਹ ਹੈ ਵੀ ਇਹ ਕਰ ਕਰੇ ਇਹ ਕਰ ਪਾਏ। ਜਦੋਂ ਪਾਠ ਕਰ ਰਹੇ ਹੋ ਨਾ ਉਹਨੇ ਉਦੋਂ ਹੀ ਅਸਰ ਕਰਨਾ, ਉਦੋਂ ਤੋਂ ਹੀ ਅਸਰ ਸ਼ੁਰੂ ਹੋ ਜਾਣਾ। ਜੇ ਉਦੋਂ ਨਹੀਂ ਹੋ ਰਿਹਾ ਤਾਂ ਬਾਅਦ ਵੀ ਨਹੀਂ ਹੋਣਾ। ਸੋ ਇਹ ਗੱਲ ਬੜੀ ਧਿਆਨ 'ਚ ਰੱਖਣੀ ਵਾਲੀ। ਸੋ ਪਾਠ ਕਰਨ ਤੋਂ ਪਹਿਲਾਂ ਹੀ ਤੁਹਾਡੇ ਮਨ 'ਚ ਨਾ ਸਾਨੂੰ ਮਤਲਬ ਉਸ ਜਿਵੇਂ ਆਪਾਂ ਕੋਈ ਖੁਸ਼ੀ ਵਾਲਾ ਜਿਹੜਾ ਸਾਨੂੰ ਚੰਗਾ ਲੱਗਦਾ ਜੇ ਉਹ ਕੰਮ ਕਰਨਾ ਹੋਵੇ ਨਾ, ਕੋਈ ਮੂਵੀ ਦੇਖਣ ਜਾਣਾ, ਕੋਈ ਮੇਲਾ ਦੇਖਣ ਜਾਣਾ, ਕਿਤੇ ਕਿਸੇ ਨੂੰ ਮਿਲਣ ਜਾਣਾ, ਵੇਖੋ ਕਿੰਨੇ ਦਿਨ ਪਹਿਲਾਂ ਹੀ ਸਾਡੇ ਮਨ ਚਾਅ ਚੜਿਆ ਹੁੰਦਾ ਹੈ ਨਾ, ਸਾਨੂੰ ਭੁੱਲਦਾ ਨਹੀਂ। ਅਸੀਂ ਉਹਦੀ ਤਿਆਰੀ ਕਰੀ ਕਰਦੇ ਪਹਿਲਾਂ। ਕੋਈ ਫੰਕਸ਼ਨ 'ਤੇ ਜਾਣਾ, ਵੇਖੋ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਉਹਦਾ ਚੇਤਾ ਵੀ, ਡੇਟ ਵੀ ਨਹੀਂ ਭੁੱਲਦੀ, ਟਾਈਮ ਵੀ ਨਹੀਂ ਭੁੱਲਦਾ, ਟਾਈਮ ਤੋਂ ਪਹਿਲਾਂ ਅਸੀਂ ਤਿਆਰ ਹੋ ਜਾਂਦੇ। ਉਸੇ ਤਰ੍ਹਾਂ ਦਾ ਇੰਟਰਸਟ ਪਾਠ ਲਈ ਵੀ ਹੋਣਾ ਚਾਹੀਦਾ। ਸ਼ਾਮ ਨੂੰ 7 ਵਜੇ ਜੇ ਸੋਦਰ ਰਹਿਰਾ ਸਾਹਿਬ ਦਾ ਟਾਈਮ ਹੈ ਨਾ, ਤੇ ਉਸ ਤੋਂ ਪਹਿਲਾਂ ਹੀ ਘੰਟਾ, ਅੱਧਾ ਘੰਟਾ, ਪੌਣੇ 7 ਹੀ ਮਨ ਵਿੱਚ ਮਤਲਬ ਉਧਰ ਦੀ ਲਗਨ ਸ਼ੁਰੂ ਹੋ ਜਾਏ। ਪਾਠ ਦਾ ਟਾਈਮ ਹੋ ਗਿਆ, ਪਾਠ ਕਰਨਾ ਹੈ। ਜੇ ਇਸ਼ਨਾਨ ਕਰਨਾ ਇਸ਼ਨਾਨ ਕਰੋ, 5 ਮਿੰਟ ਪਹਿਲਾਂ ਬੈਠ ਕੇ ਮਨ ਨੂੰ ਸ਼ਾਂਤ ਕਰੋ, ਫਿਰ ਪ੍ਰੇਮ ਨਾਲ ਤੇ ਪਾਠ ਮਨ ਤਨ ਲਾਏ ਪਿਆ। ਅਗਲੀ ਪੰਕਤੀ ਜਪਜੀ ਚੋਂ ਹੀ ਆਉਂਦੀ ਹੈ, ਗਾਵੀਏ ਸੁਣੀਏ। ਕਿਵੇਂ ਗਾਵੀਏ ਜੀ, ਕਿਵੇਂ ਸੁਣੀਏ? ਬਾਣੀ ਨੂੰ ਸੁਣਨਾ, ਅਸੀਂ ਕੀਰਤਨ ਸੁਣਨਾ, ਕਿਵੇਂ ਸੁਣੀਏ? ਕੀ ਤਰੀਕਾ ਹੈ? ਕੀ ਕਹਿੰਦੇ ਨੇ? ਮਨ ਰੱਖੀਏ ਭਾਵ, ਭਾਵ ਪ੍ਰੇਮ ਭਾਵ, ਮਨ ਵਿੱਚ ਪ੍ਰੇਮ ਰੱਖ ਕੇ। ਦੇਖੋ ਹੋਰ ਕੋਈ ਗੱਲ ਨਹੀਂ ਦੱਸੀ ਕਿ ਜੇ ਮਨ ਵਿੱਚ ਪ੍ਰੇਮ ਹੈ ਨਾ, ਉਸ ਪ੍ਰੇਮ ਦੇ ਵਿੱਚੋਂ ਜੇ ਗਾ ਰਹੇ ਹੋ, ਸੁਣ ਰਹੇ ਹੋ ਤੇ ਪ੍ਰਵਾਨ। ਹੋਰ ਜੀ ਸੋ ਉਬਰੈ ਗੁਰ ਸ਼ਬਦ ਵਿਚਾਰੈ, ਉਹ ਤਰ ਜਾਂਦਾ। ਜਿਹੜਾ ਗੁਰ ਸ਼ਬਦ ਨੂੰ ਜਦੋਂ ਪੜ੍ਹ ਰਿਹਾ ਤੇ ਸੁਣ ਰਿਹਾ ਉਹਨੂੰ ਵਿਚਾਰ ਲੈਂਦਾ। ਇੱਕ ਹੋਰ ਪੰਕਤੀ ਹੈ, ਨਾਮ ਜਪਤ ਨਾਮ ਹਿਰਦੈ ਵਿਚਾਰੈ। ਨਾਮ ਨੂੰ ਜਪਦਿਆਂ ਵੀ ਨਾਮ ਦਾ ਅਹਿਸਾਸ। ਜੇ ਵਾਹਿਗੁਰੂ ਕਹਿ ਰਹੇ ਹੋ ਨਾ ਅੰਦਰੋਂ, ਮੂੰਹੋਂ, ਤਾਂ ਅੰਦਰੋਂ ਵੀ ਨਿਕਲੇ। ਇੰਗਲਿਸ਼ ਵਿੱਚ ਕਹਿੰਦੇ ਨੇ ਜੇ ਕਹਿ ਰਹੇ ਹੋ ਤਾਂ ਯੂ ਮਸਟ ਮੀਨ ਇਟ, ਹੈ ਨਾ, ਉਹਦਾ ਤੁਹਾਡੇ ਲਈ ਕੋਈ ਮੀਨਿੰਗ ਹੋ। ਐ ਨਾ ਹੋਵੇ ਮੂੰਹੋਂ ਬੋਲੀ ਜਾ ਰਹੇ ਤੇ ਕੋਈ ਪਤਾ ਹੀ ਨਹੀਂ ਕੀ ਬੋਲ ਰਹੇ ਹਨ। ਹਾਂਜੀ, ਇੱਕ ਹੋਰ ਪੰਕਤੀ ਹੈ, ਅਦਰਵਾਈਜ਼। ਜੇ ਇਹਦੇ ਉਲਟ ਵੀ ਕਈ ਵਾਰ ਗੁਰਬਾਣੀ ਗੁਰੂ ਸਾਹਿਬ ਸਾਨੂੰ ਦੱਸਦੇ ਨੇ। ਅਦਰਵਾਈਜ਼ ਗੁਰੂ ਸਾਹਿਬ ਕਹਿੰਦੇ ਨੇ ਕੀਤੇ ਕਹੇ ਵਖਾਣ ਕਹਿ ਕਹਿ ਜਾਵਣਾ। ਅਦਰਵਾਈਜ਼ ਤੇ ਕਿੰਨੇ ਹੀ ਲੋਕ ਨੇ ਗੁਰੂ ਸਾਹਿਬ ਕਹਿੰਦੇ ਦਿਨੇ ਰਾਤ ਪਾਠ ਕਰੀ ਜਾਂਦੇ ਨੇ, ਕਹਿ ਕਹਿ ਕੇ ਆਪਣੀਆਂ ਉਮਰਾਂ ਜਿਹੜੀਆਂ ਨੇ ਲੰਘਾਈ ਜਾਂਦੇ ਨੇ। ਪੜ੍ਹਿਆ ਨਾਹੀਂ ਭੇਦ ਬੁੱਝਿਆ ਭਾਂ। ਸੋ ਮਨ ਤਨ ਪਿਆਰ ਲਾ ਕੇ ਵਿਚਾਰ ਨਾਲ ਉਹਨੂੰ ਬੁੱਝ ਕੇ ਸਮਝ ਕੇ ਉਹਦੇ ਨਾਲ ਇੱਕ ਕਨੈਕਸ਼ਨ ਬਣਾ ਕੇ ਇੰਜ ਪਾਠ ਕਰਨਾ। ਇੱਕ ਹੋਰ ਬੜੀ ਪਿਆਰੀ ਪੰਕਤੀ ਕੋਟ ਮੈਂ ਤੁਹਾਡੇ ਨਾਲ ਇੰਗਲਿਸ਼ ਵਿੱਚ ਸ਼ੇਅਰ ਕਰ ਰਿਹਾ, ਵੈਰੀ ਇੰਟਰਸਟਿੰਗ। ਉਹ ਕਹਿੰਦਾ ਗੋਡ ਲਿਸਨਸ ਨੋਟ ਟੂ ਯੂ, ਗੋਡ ਲਿਸਨਸ ਨੋਟ ਯੋਰ ਵਰਡਸ। ਪਰ ਸ਼ਬਦ ਜੋ ਬੋਲਦੇ ਨਾ ਉਹ ਰੱਬ, ਇਹ ਕਿਵੇਂ ਪਤਾ ਲੱਗੇ ਵੀ ਰੱਬ ਸੁਣਦਾ ਕਿ ਨਹੀਂ? ਉਹ ਕਹਿੰਦਾ ਸੁਣਦਾ, ਪਰ ਪਤਾ ਕਦੋਂ ਸੁਣਦਾ? ਉਹ ਸੁਣਦਾ ਹੈ when he himself utters them through you। ਰੱਬ ਉਦੋਂ ਤੁਹਾਡੇ ਸ਼ਬਦਾਂ ਨੂੰ ਸੁਣਦਾ ਹੈ, ਉਦੋਂ ਤੁਹਾਡੀ ਅਰਦਾਸ ਨੂੰ ਸੁਣਦਾ ਹੈ ਜਦੋਂ ਉਹ ਆਪ ਤੁਹਾਡੇ ਅੰਦਰੋਂ ਬੋਲ ਰਿਹਾ ਹੋਵੇ। ਕੋਟ ਇਹ ਕਹਿੰਦਾ ਲਿਟਰਲੀ, ਮਤਲਬ ਸਮਝੋ ਤੁਸੀਂ, ਯਾਨੀ ਕਿ ਇੰਨੇ ਪਿਆਰ ਨਾਲ ਕਿ ਤੁਸੀਂ ਨਹੀਂ ਬੋਲ ਰਹੇ, ਇੰਜ ਲੱਗੇ ਵੀ ਅੱਜ ਤੇ ਗੁਰੂ ਸਾਹਿਬ ਹੀ ਤੁਹਾਡੇ ਅੰਦਰ ਬੋਲ ਰਹੇ। ਇੱਕ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕੋਈ ਬਾਣੀ ਪੜ੍ਹ ਰਹੇ ਹਾਂ, ਸੁਖਮਨੀ ਸਾਹਿਬ ਦਾ ਜ਼ਿਕਰ ਹੋਇਆ ਸੀ, ਗੁਰੂ ਅਰਜਨ ਪਾਤਸ਼ਾਹ ਦੀ ਬਾਣੀ। ਤੇ ਇਮੈਜਿਨ ਕਰੋ ਇਸੇ ਵੇਲੇ ਗੁਰੂ ਅਰਜਨ ਸਾਹਿਬ ਨੇ ਆਪ ਉਸ ਬਾਣੀ ਦਾ ਅੱਖਰ ਅੱਖਰ ਉਚਾਰਨ ਕੀਤਾ। ਨਹੀਂ, ਇਹ ਅਹਿਸਾਸ ਮਨ ਚ ਹੋਵੇ ਵੀ ਇਹ ਦੀ ਹਰ ਲਾਈਨ ਗੁਰੂ ਅਰਜਨ ਸੱਚੇ ਪਾਤਸ਼ਾਹ ਦੀ ਉਚਾਰੀ ਹੋਈ ਹੈ। ਇਸ ਤੋਂ ਵੱਡੀ ਕੀ ਗੱਲ ਹੋ ਸਕਦੀ? ਉਹ ਪਾਠ ਤੁਸੀਂ ਕਰ ਰਹੇ, ਉਸ ਪਾਠ ਲਈ ਫਿਰ ਕੈਸਾ ਪ੍ਰੇਮ ਤੇ ਕੈਸਾ ਅਹਿਸਾਸ ਮਨ ਵਿੱਚ ਰੱਖ ਕੇ ਤੁਸੀਂ ਕਰ। ਸੋ ਕਹਿੰਦਾ ਗੋਡ ਲਿਸਨ ਨੋਟ ਯੋਰ ਵਰਡਸ ਐਕਸੈਪਟ ਵੈਨ ਹੀ ਹਿਮਸੈਲਫ ਅਟਰਸ them ਥਰੂ ਯੂ। ਐਡਾ ਪਿਆਰ ਤੇ ਐਡੀ ਇਕਾਗਰਤਾ ਤੇ ਐਡੀ ਡਿਵੋਸ਼ਨ ਦੇ ਨਾਲ ਤੁਸੀਂ ਪਾਠ, ਰੱਬ ਤੁਹਾਡੇ ਅੰਦਰੋਂ ਬੋਲੇ ਜਦੋਂ ਤੁਸੀਂ ਪਾਠ ਕਰਦੇ। ਇੱਕ ਹੋਰ ਗੁਰੂ ਸਾਹਿਬ ਦੀ ਪੰਕਤੀ ਹੈ, ਸਤਿਗੁਰ ਬਚਨ ਕਮਾਵਣੇ। ਸੋ ਮਨ ਤਨ ਲਾਏ ਪਿਆਰ, ਉਹਨੂੰ ਵਿਚਾਰਨਾ, ਉਹਨੂੰ ਬੁੱਝਣਾ, ਉਹਨੂੰ ਸਮਝਣਾ, ਉਹਦੇ ਨਾਲ ਕਨੈਕਸ਼ਨ ਬਣਾਉਣਾ, ਇੱਕ ਜਿਹੜਾ ਸਾਡੇ ਅੰਦਰਲੇ ਨੂੰ ਥੋੜ੍ਹਾ ਜਿਹਾ ਇਫੈਕਟ ਕਰੇ, ਪ੍ਰਭਾਵਿਤ ਕਰੇ, ਇਨਫਲੂਐਂਸ ਕਰੇ, ਹਲਕਾ ਹਲਕਾ ਚੇਂਜ ਸਾਡੇ ਅੰਦਰ ਲਿਆਵੇ। ਤੇ ਇੱਕ
अगली गल गुरु साहब कहते भी उन्होंने सतगुर बचन कमावने, वो जो पढ़ रहे हैं ना वो किसी होर वास्ते नहीं है, वो साढ़े वास्ते, कि वो कोई अगले पिछले जन्मां वास्ते भी उत्थे असर तो करनगे, उत्थे तो है ही नहीं, वो साढ़े अज लिए भी है। सानू कई बार लगता भी पाठ करके इत्थे तो असीं उदां ही चली जाने भी शायद अगे ही कोई फायदा हो जाएगा, है ना। एक बड़ी पैसीमिस्ट जी नैगेटिव सोच आप कह सकते हैं। असीं हुण नहीं उन्होंने उस चैलेंज में हुण नहीं कबूल करते, हुण क्यों नहीं, है ना। ये पाठ हुणे ही मैनू क्यों नहीं सांत्वना देंदा, शांति देंदा, सुख देंदा, मेरे मन में हुण क्यों तब्दीली नहीं आउंदा, मैं हुणे लैके आउंदी। सो उन्होंने इत्थे रिलेट असीं करना। सो सतगुर बचन कमावने सच्चा ये विचार, सब तो उत्तम विचार ये है कि जिस गुरु की बाणी नूं पाठ नूं पढ़ रहे हो, मन तन लाए प्यार, उन्हों विचार के, उन्हों बुझ के, समझ के, उन्हों फिर कमाना, वो प्रैक्टिस में लैके आना। अदरवाइज फिर एक पंक्ति मैंने याद आई, गुरु साहब कहते संध्या तरपण करह गायत्री। हिंदू धर्म के संध्या की जाती सवेरे शाम, तरपण पूजा वो कुछ चीज़ां अर्पण कीतियां जांदियां ने, पानी फुल आदि चढ़ाया जाता, गायत्री का पाठ किया जाता। ये संकेतक ने चीज़ां साडे लिए आप कह सकते, असीं सवेरे जपजी पढ़ते हैं, शाम नूं सोदर पढ़ते हैं, होर बाणियां का पाठ करते हैं, गुरुद्वारे जाते हैं, सेवा करते हैं, कीर्तन करते हैं, राइट, आप ये काम करते हैं। सो गुरु साहब कहते संध्या तरपण करह गायत्री, पर जे इन्हां दा असर ही नहीं हो रहा मन पर, तो कहते फिर बिन बूझे दुख पाया, भी कर तो रहा बंदा पर समझ नहीं रहा कि कर रहा, आंदे ਉਹਦੇ ਨਾਲ फिर सुख नहीं पाया जा सकता। वो तो फिर जिमें अगे च काम चल रहा सी कि जीवन दुखी है तो फिर दुखी चलता है, क्योंकि चीज़ों नाल तुहानूं कोई एहसास ही नहीं, यू डोंट रियली मीन दैम, यू जस्ट डूइंग इट, इदां वाला काम हो रहा। अखीर में मेरे ख्याल समा भी होंदा जा रहा। एक पंक्ति भगत नामदेव जी, ये भी मेरे अपने परसनल एक्सपीरियंस चो निकल रही है कि ये पंक्ति जो मेरे सामने आई पहली बार, तो इस छोटी जी कोई पंक्ति है, ये जड़ियाँ हुण तक आप गल्लां कीतियां ना दो, भी वाई डू वी प्रे एंड हाउ डू वी प्रे, पाठ करते क्यों आ, पहला सवाल, तो फिर किवें कीता जाए, इन्हां दोवां दे जवाब एक ही लाइन में दे रहे। तो भगत नामदेव जी अपनी लाइफ एक्सपीरियंस उहदे चों दे रहे, इन्हीं सुनी सुनाई नहीं गल कर रहे। वो पंक्ति इंज लिखी है भी जिवें उन्होंने किसी ने पुछया हो, सवाल किया भगत नामदेव जी नूं भी यह बाणी तुसीं पढ़दे हो, ये भजन गांदे हो, ये किवें गांदे हो, सानूं भी तरीका दसो इहदा। तो उहदा जवाब सुनो जी। मतलब गुरु साहब की ना बाणी की ये खूबसूरती है भी बाणी के जवाब जड़े ने, शब्द ने, गल्लां ने, वो बड़ियां नवेकलियां हैं, जो असीं सुनना चाहुंदे हैं उदां दे जवाब नहीं देते, है ना। असीं सुनना चाहुंदे भी तरीका दस देवे कोई भी इन्ने बजे शुरू करो, इन्ने बजे बंद करो, इनू इस तरह करो, इस तरह ना करो, वो सानू चंगा भी लगता है भी ओके लेट्स डू, इन्ने दिनों लिए कर लो। वो गुरबाणी इदां दे नहीं जवाब देती। सो ये जवाब भी जी ये पाठ किवें करदे हो तुसीं, जो बाणी बोलते हो, उचारते हो, शब्द है उच्चरों, उच्चरना, बोलना, एक उन्हें शब्द वरत्या घट, घट माने हुंदा हिरदा। जवाब सुनो जी, 4 शब्द ने सिर्फ, किवें पाठ करते। वो कहते अमृत बाणी घट के उच्चरों, बस इन्ना ही सवाल सी। इस अमृत बाणी नूं, ये अमृत रूप भजना नूं किवें उच्चारण करदे, की तरीका है इहदा। वो कहते तरीका प्यारे इहो ही है कि मैं मूँहों नहीं बोलता, कित्थों बोलता वां, इन्हां भजनां नूं, इस अमृत रूप बाणी नूं मैं हिरदे तो बोलदा, ये मेरा तरीका है। घट माने अंदरों, देखो कमाल की बात गुरबाणी में आउंदा, यह बाणी जो जीअहूं जाणै, कोई अंदरों जान लवे, तिस अंतर रवै हरे नामा, ਉਹਦੇ अंदर हरी का नाम समा जाता, सिर्फ मूँहों बोलिया, ये तरीका। फिर अगे किसी ने पूछा, कमाल हो गई, पर ये तुसीं भजन काहदे वास्ते गाते, अपने विठल नूं, अपने प्रभु नूं, हरी नूं सुनाउण वास्ते या किसी होर नूं सुनाउण वास्ते। तो वह भी जवाब मतलब कमाल ही है, एक विशेष ही तुक है समझ लो गुरबाणी में। ये वास्ते जी किनू समझाउण लई, असीं वेखो अक्सर ना आप पाठ जिहड़े हसबैंड्स पाठ कर रहे हैं अपनी घरवालियां नूं समझाउण लई करी जांदे ने,
ਉਹ ਉਹਨਾਂ ਨੂੰ ਬਦਲਣਾ ਚਾਹੁੰਦੇ ਨੇ, ਹੈ ਨਾ। ਘਰ ਵਾਲੀਆਂ ਬੰਦਿਆਂ ਨੂੰ ਬਦਲਣਾ ਚਾਹੁੰਦੀਆਂ ਨੇ, ਮਾਂ ਪਿਓ ਬੱਚਿਆਂ ਨੂੰ ਬਦਲਣਾ ਚਾਹੁੰਦੇ ਨੇ, ਬੱਚਿਆਂ ਨੂੰ ਪਿੱਛੋਂ ਆਉਂਦੇ ਵੀ ਮਾਂ ਪਿਓ ਬੜੇ ਤੰਗ ਕਰਦੇ ਨੇ, ਬਦਲ ਜਾਣ, ਨਹੀਂ ਬਦਲਦੇ ਨਹੀਂ। ਸੋ ਦਿਸ ਇਜ਼ ਵਾਟਸ ਹੈਪਨਿੰਗ ਆਲ ਅਰਾਊਂਡ ਨਾ। ਅਸੀਂ ਦੂਜੇ ਨੂੰ ਬਦਲਣ ਦੀ ਗੱਲ ਕਰੀ ਜਾ ਰਹੇ ਹਾਂ। ਸੋ ਉਹ ਕਹਿੰਦੇ ਆ ਅੰਮ੍ਰਿਤ ਬਾਣੀ ਘੱਟ ਤੇ ਉਚਰਾ, ਤੇ ਅੱਗੇ ਸਿਰਫ 3 ਸ਼ਬਦ ਨੇ ਜੀ। ਉਹ ਕਹਿੰਦੇ ਆਤਮ ਕੋ ਸਮਝਾਵਾਂ। ਕਮਾਲ ਹੀ, ਆਈ ਮੀਨ ਮੈਂ ਜਦੋਂ ਪੜ੍ਹੀ ਤੇ ਮੇਰੇ ਲਈ ਤੇ ਇਟ ਵਾਸ ਅਮੇਜ਼ਿੰਗ, ਹੈ ਨਾ। ਜੇ ਹੁੰਦਾ ਨਾ ਤੁਰਤ ਅਸਰ ਕਰਨ ਵਾਲੀ ਚੀਜ਼, ਵੀ ਮੇਰੇ ਲਈ ਇੱਕ ਪੂਰਾ ਟਰਾਂਸਫੋਰਮੇਸ਼ਨ ਹੀ ਸੀ। ਸ਼ਾਇਦ ਮੈਂ ਉਸ ਤੋਂ ਪਹਿਲਾਂ ਮੈਨੂੰ ਪਤਾ ਨਹੀਂ ਸੀ, ਮੈਂ ਇੰਜ ਨਹੀਂ ਸਕਦਾ। ਮੈਨੂੰ ਪਤਾ ਲੱਗਾ ਵੀ ਇਹ ਪਾਠ ਜਸਵੰਤ ਸਿੰਘ ਤੂੰ ਕਿਸੇ ਲਈ ਨਹੀਂ ਕਰ ਰਿਹਾ। ਕਾਹਦੇ ਲਈ ਕਰ ਰਿਹਾ? ਆਤਮ ਕੋ ਸਮਝਾਵਾਂ। ਆਤਮ ਸੈਲਫ, ਮੈਂ ਆਪਣੇ ਆਤਮੇ ਨੂੰ, ਆਪਣੇ ਸੈਲਫ ਨੂੰ ਸਮਝਾਉਣ ਲਈ ਇਹ ਪਾਠ ਕਰ ਰਿਹਾ। ਕੋਈ ਨਜ਼ਰੀਆ ਬਦਲ ਗਿਆ। ਹੁਣ ਪਾਠ ਕਰਨ ਲੱਗਿਆ ਮੈਨੂੰ ਇਹ ਨਹੀਂ ਵੀ ਕੌਣ ਕੀ ਕਰਦਾ ਕਿ ਨਹੀਂ ਕਰਦਾ। ਉਸ ਦਿਨ ਤੋਂ ਬਾਅਦ ਫਿਰ ਮੇਰੇ ਮਨ ਚੋਂ ਇਹ ਵੀ ਨਿਕਲ ਗਿਆ, ਜ਼ਿਆਦਾਤਰ ਨਹੀਂ ਕਿ ਅਸੀਂ ਵੀ ਆਰ ਮੋਰ ਕੰਸਰਨਡ ਅਬਾਊਟ ਪੀਪਲ, ਅਦਰਸ, ਹੈ ਨਾ, ਕਿ ਉਹ ਕਰਦਾ ਹੈ ਕਿ ਨਹੀਂ ਕਰਦਾ, ਕਿਸ ਤਰ੍ਹਾਂ ਕਰਦਾ ਹੈ। ਉਹ ਤਾਂ ਮੈਂ ਕਰ ਹੀ ਸੈਲਫ ਲੈ ਰਿਹਾ, ਆਪਣੇ ਆਪ ਲੈ ਰਿਹਾ। ਫਿਰ ਮੈਂ ਵੇਖਣਾ ਅੱਜ ਵਾਲਾ ਪਾਠ ਮੈਂ ਆਪਣੇ ਲਈ ਕੀਤਾ ਕਿ ਜਸਟ ਕਰ ਹੀ ਦਿੱਤਾ। ਇਹਦੇ ਨਾਲ ਰਿਲੇਟਡ ਹੀ ਇੱਕ ਸੋਕਰੇਟੀਜ਼ ਦੀ ਪੰਕਤੀ ਹੈ, ਵਨ ਆਫ ਦੀ ਬੈਸਟ ਫਿਲੋਸੋਫਰਸ ਇਨ ਦੀ ਵਰਲਡ, ਦੀ ਵਾਈਜ਼ ਮੈਨ। ਉਹ ਵੀ ਬਿਲਕੁਲ ਰਲਦੀ ਮਿਲਦੀ ਨਾ ਜਿੰਨੀ ਆਪਾਂ ਵਿਚਾਰ ਹੁਣ ਤੱਕ ਕੀਤੀ। ਉਹ ਵੀ ਕਹਿੰਦਾ ਵੀ ਪ੍ਰੇਅਰ ਕਾਹਦੇ ਵਾਸਤੇ ਕਰਦੇ, ਲਾਈਫ ਦਾ ਆਬਜੈਕਟਿਵ ਕੀ ਹੋਣਾ ਚਾਹੀਦਾ। ਇਹ ਕਹਿ ਕੇ ਸਮਾਪਤੀ ਹੈ ਜੀ। ਉਹ ਕਹਿੰਦਾ ਦੀ ਇੰਪਰੂਵਮੈਂਟ ਆਫ ਦੀ ਸੋਲ। ਕੀ ਕਹਿੰਦਾ? ਦੀ ਇੰਪਰੂਵਮੈਂਟ ਆਫ ਦੀ ਸੋਲ, ਆਪਣੀ ਸੋਲ ਦਾ ਇੰਪਰੂਵਮੈਂਟ, ਉਹੀ ਆਤਮ ਕੋ ਸਮਝਾਉਣਾ। ਆਪਣੇ ਸੈਲਫ ਦਾ ਡਿਵੈਲਪਮੈਂਟ, ਦੀ ਕੇਅਰ ਫॉर ਵਿਜ਼ਡਮ, ਕੋਈ ਥੋੜੀ ਜਿਹੀ ਹੋਰ ਸੋਝੀ ਮਿਲ ਜਾਏ ਵਿਜ਼ਡਮ ਲਈ, ਸੋਝੀ, ਵਿਜ਼ਡਮ ਦੀ ਸੋਝੀ ਹਾਸਲ ਕਰਨੀ, ਉਹਦੇ ਲਈ ਕੇਅਰ, ਉਹਦੇ ਵੱਲ ਧਿਆਨ। ਐਂਡ ਟਰੁਥ, ਤੇ ਸੱਚ। ਜ਼ਿੰਦਗੀ ਵਿੱਚ ਕੁਝ ਥੋੜਾ ਜਿਹਾ ਹੋਰ ਸੱਚ, ਵਿਜ਼ਡਮ, ਗਿਆਨ ਦੀ ਸੋਝੀ ਪੈ ਜਾਏ ਤੇ ਉਹਦੇ ਥਰੂ ਸੈਲਫ ਦੀ ਕੋਈ ਥੋੜੀ ਜਿਹੀ ਇੰਪਰੂਵਮੈਂਟ ਹੋ ਜਾਏ। ਹੀ ਸੇਜ ਦਿਸ ਇਜ਼ ਦੀ ਹਾਈਐਸਟ ਗੁੱਡ। ਵੀ ਜ਼ਿੰਦਗੀ ਦਾ ਜੇ ਪੁੱਛੋ ਨਾ, ਸੋਕਰੇਟੀਜ਼ ਨੂੰ ਪੁੱਛਿਆ ਕਿਸੇ ਨੇ ਵੀ ਹਾਈਐਸਟ ਗੁੱਡ ਕੀ ਹੈ, ਸਭ ਤੋਂ ਉੱਤਮ ਗੱਲ ਕੀ ਹੈ, ਉਹ ਕਹਿੰਦਾ ਹੈ ਕਿ ਬੰਦਾ ਜੀਵਨ ਭਰ ਵਿਜ਼ਡਮ ਤੇ ਟਰੁਥ ਦੀ ਕੇਅਰ ਕਰਦਾ ਰਹੇ, ਉਹਨੂੰ ਹੋਰ ਗੇਨ ਕਰਨ ਦੀ ਕੋਸ਼ਿਸ਼ ਕਰਦਾ ਰਹੇ, ਤੇ ਥਰੂ ਥੀਸ ਟੂ ਉਹਦਾ ਆਬਜੈਕਟਿਵ ਕੀ ਹੈ, ਕਾਹਦੇ ਵਾਸਤੇ ਕਰ ਰਿਹਾ? ਆਰਗੂਮੈਂਟ ਵਾਸਤੇ ਨਹੀਂ, ਉਸ ਆਤਮ ਕੋ ਸਮਝਾਉਣਾ, ਉਹ ਆਪਣੀ ਸੈਲਫ ਇੰਪਰੂਵਮੈਂਟ ਵਾਸਤੇ। ਤੇ ਮੈਨੂੰ ਇੱਕ ਹੋਰ ਕੋਟ ਯਾਦ ਆਇਆ ਖਲੀਲ ਗਿਬਰਾਨ ਦਾ, ਉਹ ਵੀ ਬੜਾ ਪਿਆਰਾ ਇਹਦੇ ਨਾਲ ਰਿਲੇਟਡ। ਇੰਗਲਿਸ਼ ਵਿੱਚ ਉਹ ਕਹਿੰਦਾ ਐਂਡ ਹੀ ਟੂ ਹੂਮ ਵਰਸ਼ਿਪਿੰਗ, ਪੂਜਾ ਦੀ ਗੱਲ ਆਪਾਂ ਕੀਤੀ, ਪੂਜਾ ਕਿਵੇਂ ਕੀਤੀ ਜਾਏ, ਪਾਠ ਕਿਵੇਂ ਕੀਤਾ ਜਾਏ। ਉਹ ਕਹਿੰਦਾ ਐਂਡ ਹੀ ਟੂ ਹੂਮ ਵਰਸ਼ਿਪਿੰਗ ਇਜ਼ ਅ ਵਿੰਡੋ ਟੂ ਓਪਨ ਬਟ ਆਲਸੋ ਟੂ ਸ਼ਟ ਹੈਜ਼ ਨਾਟ ਯet ਵਿਜ਼ਿਟਡ ਦੀ ਹਾਊਸ ਆਫ ਦੀ ਸੋਲ। ਆਂਦਾ ਵੀ ਜਿਹਦੇ ਲਈ ਪਾਠ ਕਰਨਾ ਸਿਰਫ ਇਦਾਂ ਹੀ ਹੈ ਨਾ, ਵੀ ਖਿੜਕੀ ਸੀ ਖੋਲਤੀ ਤੇ ਮੁੜ ਕੇ ਬੰਦ ਕਰਤੀ, ਵੀ ਗੁਟਕਾ ਖੋਲਿਆ, ਪਾਠ ਸ਼ੁਰੂ ਕਰਤਾ, ਬੰਦ ਹੋ ਗਿਆ, ਰੱਖਤਾ, ਬਾਕੀ ਕੋਈ ਐਸਾ ਨਹੀਂ ਹੋਇਆ। ਜੇ ਤੇ ਇਦਾਂ ਦਾ ਕੰਮ ਹੈ ਤੇ ਕਹਿੰਦਾ ਵੀ ਇਹ ਨਹੀਂ। ਫਿਰ ਅੱਗੇ ਕਹਿੰਦਾ ਹੈਜ਼ ਨਾਟ ਯet ਵਿਜ਼ਿਟਡ ਦੀ ਹਾਊਸ ਆਫ ਸੋਲ। ਉਹਨੇ ਮਤਲਬ ਨਿਜ ਘਰ ਨਹੀਂ ਅਜੇ ਦੇਖਿਆ, ਉਹਨੇ ਪਰਮਾਤਮਾ ਦੇ ਘਰ ਨੂੰ, ਦਰ ਨੂੰ, ਉਹਦੀ ਗਲਿੰਪਸ ਨੂੰ ਅਜੇ ਮਹਿਸੂਸ ਨਹੀਂ ਕੀਤਾ, ਉਹਦੀ ਗ੍ਰੇਸ ਨੂੰ ਮਹਿਸੂਸ ਨਹੀਂ ਕੀਤਾ। ਅੱਗੇ ਉਹ ਕਹਿੰਦਾ ਓਨਲੀ ਵੈਨ ਯੂ ਡਰਿੰਕ ਫਰੋਮ ਦ ਰਿਵਰ ਆਫ ਸਾਇਲੈਂਸ ਸ਼ੈਲ ਯੂ ਸਿੰਗ। ਇਹ ਵੀ ਆਪਾਂ ਜੋ ਹੁਣੇ ਵਿਚਾਰ ਕੀਤੀ ਉਹਦੇ ਨਾਲ ਵੇਖੋ ਰਲਦੀ ਗੱਲ ਕਿ ਜਦੋਂ ਪਾਠ ਕਰਨਾ ਹੈ ਨਾ ਤੇ ਪੂਰੇ ਨਿਸ਼ਚਿੰਤ ਹੋ ਕੇ ਸਾਇਲੈਂਸ ਵਿੱਚ, ਪੀਸ ਵਿੱਚ, ਉਦੋਂ ਫਿਰ ਖਿਆਲ ਹੋਰ ਨਾ ਹੋਣ। ਉਹ ਤਾਂ ਹੀ ਹੋਏਗਾ ਜੇ ਪਾਠ ਤੋਂ 10 ਮਿੰਟ, 15 ਮਿੰਟ, ਅੱਧਾ ਘੰਟਾ ਪਹਿਲਾਂ ਤੁਹਾਡੀ ਲਗਨ ਉਧਰ ਨੂੰ ਤੁਰ ਪਏ ਵੀ ਰਹਿਰਾਸ ਸਾਹਿਬ ਦਾ ਪਾਠ ਕਰ। ਜੇ ਗੁਰਦੁਆਰੇ ਜਾ ਰਹੇ ਹੋ ਤਾਂ ਪਹਿਲਾਂ ਹੀ ਅੱਜ ਜਾਣਾ ਨਾ, ਮਤਲਬ ਚਾਹ ਹੋਵੇ ਅੰਦਰ, ਅੱਜ ਗੁਰਦੁਆਰੇ ਸਾਹਿਬ ਜਾਣਾ, ਮਨ ਵਿੱਚ ਖਿਆਲ ਹੋਵੇ ਕੀਰਤਨ ਸੁਣਨਾ ਹੈ, 10 ਮਿੰਟ, ਅੱਧਾ ਘੰਟਾ ਬੈਠਾਂਗੇ, ਐਸੇ ਪਿਆਰੇ ਪਿਆਰੇ ਸ਼ਬਦ ਗਾਏ ਜਾਂਦੇ ਨੇ, ਮਤਲਬ ਉਦੋਂ ਫਿਰ ਥੋੜਾ ਜਿਹਾ ਮਨ 'ਚ ਹੋਵੇ ਵੀ ਯੈਸ ਆਈ ਐਮ ਗੋਇੰਗ ਫॉर ਦਿਸ। ਉੱਥੋਂ ਕੁਛ ਇੱਕ ਅੱਧੀ ਲਾਈਨ, ਪੰਕਤੀ, ਸ਼ਬਦ ਜੋ ਵੀ ਹੈ ਉਹ ਗ੍ਰਹਿਣ ਕਰਕੇ ਹੋਣਾ। ਇਹ ਮਕਸਦ ਹੈ ਕਿ ਅਸੀਂ ਕਿਉਂ ਪਾਠ ਕਰਦੇ ਹਾਂ, ਕਿਵੇਂ ਕਰਨਾ। ਇਹਨਾਂ ਕੁਛ ਬੋਲਦੇ ਹਾਂ, ਖੁੱਲ੍ਹਾ ਚੁੱਕਾ ਮੇਰੀਆਂ ਆਪ ਦੀ ਖਿਮਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
बहुत बहुत धन्यवाद सत्कारयोग डॉक्टर जसवंत सिंह जी का, जिन्हों ने अज एक बड़े जरूरी विषय के उपर विस्तार विच ये चर्चा किया, ये डिस्कशन की कि असी पाठ क्यों करना है ते किवें करना है। अमृत बाणी घट ते उचो हिरदे तो आपां मूँह नाल तो बड़ा बोलते हैं, बोलने नाल कुछ नहीं होता जदों तक अंदर ना जाए। आपां पिछले 1 साल तो लगातार धन गुरु तेग बहादुर साहब महाराज जी के प्रकाश पुरब नूं मना रहे हैं, 400 साला। हुण परसों 401 साल के उपर बड़े बड़े समागम किए गए, पर इन्हां समयां दे विच क्योंकि लॉकडाउन भी लगे सन पिछले साल जो 400 साला प्रकाश पुरब सी, ते ऑनलाइन क्लासां दे विच असीं गुरु साहब की बाणी की भी विचार करते रहे। तो जदों आपां गुरु साहब जी के सलोकां नूं पढ़दे हां ना, ते आखिरी सलोक च धन गुरु तेग बहादुर साहब महाराज जी भी यही गल कह रहे हैं, राम नाम और मैं गहियो जाके सामने। और दा मतलब हिरदा हुंदा है। जिसने परमात्मा के नाम नूं हिरदे विच टिका लिया, गहियो इत्थे हा है ईड़ी नाल नहीं है, गहियो का मतलब ग्रहण कर लिया, पकड़ लिया। जिसने परमात्मा के नाम नूं हिरदे विच टिका लिया, जाके सामने कोई उहदी कोई बराबरी नहीं कर सकता। तो अज डॉक्टर साहब ने बड़े वधिया तरीके दे नाल ये गल सानूं समझाई कि असीं दिलों जदों बाणी नूं उचारण करांगे, दिलों जदों पढ़ांगे तो सचमुच कबूल पाएगा। आपां रोज़ पढ़ते हैं आत्म जिणै सगल वस तां कर, जिहने अपना आप जित लिया सब कुछ उसके वस में आ जाता है। तो अपने आप नूं जदों आपां करांगे, मन जीता जग जीत वाली अवस्था आपां रोज़ जपजी साहिब पढ़ते हैं। सो गुरु साहब कृपा करन। हुण टी ब्रेक का समय जी, टी ब्रेक तो बाद 10-12 मिनट का जो समय, उस तो बाद आपां एक होर विषय ते डॉक्टर साहब दीयां विचारां सरवण करनियां ने। सब का धन्यवाद। हुण सारे आपां नाल हाल दे विच टी ब्रेक दे लई जा रहे हैं जी। वाहिगुरू जी का खालसा, वाहिगुरू जी।